डंडौत बंदन अनेक बार, सर्व कला समरथ। डोलन ते राखो प्रभु, नानक देह कर हथ। सतनाम धन वाहे गुरु साहिब जियो। ज्यों सुपना अर पेखना, ऐसे जग को जान। इन मैं कछ साचो नहीं, नानक बिन भगवान। ज्यों सुपना अर पेखना, ऐसे जग को जान। इन मैं कछ साचो नहीं, नानक बिन भगवान। वाहिगुरु जी का खालसा, वाहिगुरु जी की फतेह। जुगो जुग अटल। सतगुरु साहिब श्री गुरु ग्रंथ साहिब सच्चे पातशाह महाराज जी दी पावन पवित्र शब्द दी असीस सदका हजूर अपनी गोद विच बिठा सतगुरु गुरु तेग बहादुर महाराज जी दे अमृत बोल सलोकां दी विचार करा रहे ने। आप जी ने अज 23वें श्लोक का पाठ सरवण किया है। आओ अपने अंतर आत्मे नू टिकाण दा यतन करिए। सतगुरु गुरु तेग बहादुर सच्चे पातशाह जी महाराज सब थाई सहायता करन वाले, पर्दे ढकण वाले, दीन दुखियां दे दर्द वंडा के सुखां दी दात बख्शिश करन वाले सतगुरु आप विच वरत के इस अमृत बचन दी विचार भय भावना शरधा तुर अंदर रस भरपूर हो के विचारन दी दात बख्शो। साध संगत आप आशीष बख्शो। प्यार अदब सहित उच्चारण करो जी। सतनाम श्री वाहे गुरु जी। करो बख्शिश, फिर उच्चारण करो जी। सतनाम श्री वाहे गुरु जी। सतगुरु गुरु तेग बहादुर जी महाराज
ਅੱਜ ਦੇ ਇਸ ਅੰਮ੍ਰਿਤ ਬਚਨ ਅੰਦਰ ਦ੍ਰਿਸ਼ਟਮਾਨ ਦੀ ਨਾਸ਼ਵਾਨਤਾ और सब कुछ ਕਰਨ ਕਰਾਉਣ ਵਾਲੇ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਜੀ ਰੱਬ ਜੀ ਉਹਨਾਂ ਦੀ ਸਥਿਰਤਾ ਦਾ ਜ਼ਿਕਰ ਕਰ ਰਹੇ ਨੇ। ਕਹਿਣ ਤੋਂ ਮੁਰਾਦ ਦ੍ਰਿਸ਼ਟਮਾਨ ਮਿਥਕ ਹੈ, ਸਤ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੀ ਹੈ। ਦ੍ਰਿਸ਼ਟਮਾਨ ਖਿਨ ਖਿਨ ਬਦਲ ਰਿਹਾ ਹੈ ਤੇ ਪਾਰ ਬ੍ਰਹਮ ਪਰਮੇਸ਼ਵਰ ਇੱਕ ਰਸ ਹੈ। ਇਸ ਗੱਲ ਨੂੰ ਸਮਝਾਉਣ ਦੇ ਲਈ ਸਤਿਗੁਰਾਂ ਨੇ ਅੱਜ ਦੇ ਸ਼ਲੋਕ ਵਿੱਚ ਦੋ ਉਦਾਹਰਨਾਂ ਦਿੱਤੀਆਂ ਨੇ। ਇਸ ਸ਼ਲੋਕ ਦੇ ਅਰਥ ਨੇ ਜਿਉਂ ਸੁਪਨਾ, ਸਿਰਫ ਪਹਿਲਾ ਅੱਖਰੀ ਅਰਥ ਜਿਉਂ ਦਾ ਲਫ਼ਜ਼ੀ ਅਰਥ ਹੈ ਜਿਵੇਂ। ਸੁਪਨਾ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ ਕਿ ਰਾਤ ਨੂੰ ਸੁੱਤਿਆਂ ਹੋਇਆ ਇਨਸਾਨ ਨੂੰ ਇਹਦੀਆਂ ਬਾਹਰਮੁਖੀ ਜਦੋਂ ਇੰਦਰੇ ਖਾਮੋਸ਼ ਨੇ, ਉਹ ਅੰਤਰਮੁਖੀ ਚਿੱਤ ਬਿਰਤੀ ਜਾਂ ਅੰਦਰ ਪਏ ਹੋਏ ਫੁਰਨੇ ਉਹ ਸੁਪਨੇ ਦਾ ਰੂਪ ਧਾਰਨ ਕਰ ਜਾਂਦੇ ਆ। ਪਹਿਲਾਂ ਸਿਰਫ ਅੱਖਰੀ ਅਰਥ ਕਰਾਂਗੇ, ਫਿਰ ਆਪਾਂ ਡਿਟੇਲ ਨਾਲ ਵਾਚਨੇ। ਇਹਦਾ ਹੋ ਗਿਆ ਜਿਉਂ ਸੁਪਨਾ, ਜਿਵੇਂ ਸੁਪਨਾ। ਅੱਗੇ ਸ਼ਬਦ ਹੈ ਅਰ, ਪੇਖਣਾ। ਅਰ ਦਾ ਲਫ਼ਜ਼ੀ ਅਰਥ ਹੈ ਅਤੇ। ਉਂਝ ਅਰ ਦਾ ਲਫ਼ਜ਼ੀ ਅਰਥ ਦੁਸ਼ਮਣ ਵੀ ਆਉਂਦਾ ਹੈ, ਪਰ ਇੱਥੇ ਅਰ ਦਾ ਅਰਥ ਕਰਾਂਗੇ ਅਤੇ। ਪੇਖਣਾ ਦਾ ਅਰਥ ਵੈਸੇ ਵੇਖਣਾ ਵੀ ਹੈ, ਅੱਖਾਂ ਨਾਲ ਤੱਕਣਾ। ਦੂਸਰਾ ਪੇਖਣਾ ਸੂਝਵਾਨ ਵਿਦਵਾਨਾਂ ਨੇ ਪੇਖਣਾ ਦਾ ਅਰਥ ਤਮਾਸ਼ਾ ਵੀ ਕੀਤਾ ਹੈ, ਬਾਜ਼ੀਗਰ ਦੀ ਖੇਡ ਵੀ ਕੀਤਾ ਹੈ। ਇਸੇ ਕਰਕੇ ਆਮ ਤੌਰ ਤੇ ਸ਼ਲੋਕ ਦੇ ਅਰਥ ਕੇਵਲ ਸੁਪਨਾ ਸਾਹਮਣੇ ਰੱਖ ਕੇ ਕੀਤੇ ਜਾਂਦੇ ਆ, ਪਰ ਸਾਡੇ ਗੁਰਮੁਖ ਵਿਦਵਾਨਾਂ ਨੇ ਅਰ ਸ਼ਬਦ ਨੂੰ ਨਾਲ ਲੈ ਕੇ ਜਿਉਂ ਸੁਪਨਾ ਅਰ ਪੇਖਣਾ। ਅਰ ਸ਼ਬਦ ਕਹਿ ਰਿਹਾ ਕਿ ਪੇਖਣਾ ਔਰ ਸੁਪਨਾ ਦੋਨਾਂ 'ਚ ਅੰਤਰ ਹੈ। ਜਿਵੇਂ ਸੁਪਨਾ ਅਤੇ ਪੇਖਣਾ। ਪੇਖਣਾ ਦਾ ਅਰਥ ਮੈਂ ਅਰਜ਼ ਕੀਤੀ ਹੈ ਕਿ ਅੱਖਾਂ ਨਾਲ ਦੇਖਣ ਦੇ ਅਰਥ ਵੀ ਨੇ। ਪੇਖਣਾ ਦਾ ਅਰਥ ਬਾਜ਼ੀਗਰ ਦੀ ਮਦਾਰੀ ਵਾਲੇ ਦੀ ਖੇਡ ਵੀ ਹੈ। ਜਿਵੇਂ ਬਾਣੀ 'ਚ ਇੱਕ ਬਚਨ ਹੁੰਦਾ ਹੈ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਊ ਪਈ ਹੈ ਰੇ। ਭਗਤ ਕਬੀਰ ਸਾਹਿਬ ਜੀ ਮਹਾਰਾਜ। ਇੱਥੇ ਪੇਖਣਾ ਦਾ ਲਫ਼ਜ਼ੀ ਅਰਥ ਆਪਾਂ ਕਰਾਂਗੇ ਜੀ ਮਦਾਰੀ ਦੀ ਖੇਡ, ਬਾਜ਼ੀਗਰ ਦਾ ਤਮਾਸ਼ਾ, ਨਟ ਨਾਟਕ ਅਖਾੜਾ ਸ਼ਬਦ ਵਰਤਾਂ। ਹਜ਼ੂਰ ਕਹਿੰਦੇ ਨੇ ਜਿਵੇਂ ਸੁਪਨਾ ਔਰ ਬਾਜ਼ੀਗਰ ਦੀ ਜਾਂ ਮਦਾਰੀ ਦੀ ਖੇਡ ਹੈ, ਐਸੇ ਜਗ ਕੋ ਜਾਣ। ਬਸ ਇਸੇ ਤਰ੍ਹਾਂ ਇਸ ਜਗ ਨੂੰ ਜਾਣ, ਇਸ ਸੰਸਾਰ ਨੂੰ ਸਮਝ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਤੇ ਅੱਗੇ ਮਹਾਰਾਜ ਕਹਿੰਦੇ ਇਨ ਮੈਂ, ਇਹਨਾਂ ਵਿੱਚੋਂ ਜਿਹੜਾ ਸੁਪਨਾ ਔਰ ਬਾਜ਼ੀਗਰ ਦੀ ਖੇਡ ਹੈ, ਇਨ ਮੈਂ ਕੱਚ ਸਾਚੋ ਨਹੀਂ। ਤੂੰ ਦੇਖ ਰਿਹਾ ਹੈ, ਪਰ ਇਸ ਗੱਲ ਨੂੰ ਚੇਤੇ ਰੱਖੀ, ਨਾ ਸੁਪਨਾ ਸੱਤ ਹੈ ਤੇ ਨਾ ਬਾਜ਼ੀਗਰ ਦੀ ਖੇਡ ਸੱਤ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ। ਇਨ ਮੈਂ ਕੱਚ ਸਾਚੋ ਨਹੀਂ, ਇਸ ਵਿੱਚੋਂ ਕੋਈ ਸੱਚ ਨਹੀਂ। ਤੇ ਮਹਾਰਾਜ ਕਹਿੰਦੇ ਕਿਉਂ? ਨਾਨਕ ਬਿਨ ਭਗਵਾਨ। ਇਹ ਤੀਸਰੀ ਗੱਲ ਕਹੀ ਕਿ ਭਗਵਾਨ ਤੋਂ ਬਿਨਾ, ਪਰਮੇਸ਼ਵਰ ਤੋਂ ਬਿਨਾ, ਮਾਲਕ ਤੋਂ ਬਿਨਾ ਕੁਛ ਵੀ ਸੱਤ ਨਹੀਂ। ਬਾਕੀ ਇਸ ਤਰ੍ਹਾਂ ਜਿਵੇਂ ਸੁਪਨਾ ਔਰ ਇੱਕ ਤਮਾਸ਼ੇ ਵਾਲੇ ਨੇ ਆਪਣਾ ਤਮਾਸ਼ਾ ਰਚਿਆ। ਇਹ ਨੇ ਇਹਦੇ ਅੱਖਰੀ ਅਰਥ। ਤੇ ਅੱਖਰੀ ਅਰਥ ਮੈਂ ਪਿਛਾਂ ਵੀ 2 ਵਾਰੀ ਕਹਿ ਚੁੱਕਾ ਵਾਂ। ਅਸੀਂ ਆਰੰਭ ਵਿੱਚ ਤਾਂ ਕਰਨੇ ਆ ਕਿ ਆਪਾਂ ਨੂੰ ਇਸ ਗੱਲ ਦਾ ਗਿਆਨ ਰਹੇ ਕਿ ਜੋ ਅਸੀਂ ਅੱਜ ਵਿਚਾਰ ਕਰ ਰਹੇ ਹਾਂ, ਇਸ ਵਿਚਾਰ ਦਾ ਧੁਰਾ, ਮਰਕਜ਼, ਕੇਂਦਰ ਕੀ ਹੈ। ਇੱਥੇ ਸਤਿਗੁਰੂ ਨੇ ਬਚਨ ਕੀਤਾ ਸੁਪਨਾ ਔਰ ਪੇਖਣਾ ਇਸ ਤਰ੍ਹਾਂ ਜਗ ਨੂੰ ਜਾਣ,
इन्हां दोनां विचों कुछ भी सच नहीं भासदा। सच ए वे सत केवल पार ब्रह्म परमेश्वर भगवान है। हुण इस दी विस्तार सहित व्याख्या है। हुण सुपना शब्द गुरु ग्रंथ साहिब विच बहुत वारी वरतिया गया है। गुरु साहिब जी ने भी वरतिया। उंज भारती दर्शन विच जिहड़ी साडी आत्मक पड़ाह ने उन्हां नूं चार शब्दां विच चार अवस्थावां ने जी। जागृत, सुपन, सखोपत ते चौथी नूं तुरिया कहिंदे आ। सियाणे विद्वानां ने इहदे लई शब्द भी वरते। जागृत, सुपन, सखोपत, तुरिया, आत्म भूपत की ए पुरिया। आत्म भूपत अर्थ आत्मा जिहड़ा राजा है, इहदियां ए पुरियां ने, इहदे चार टिकाणे ने। ये मैं जो सतर बोली है गुरु ग्रंथ साहिब च नहीं। फिर मैं लफ्ज वरतना जागत, सुपन, सखोपत, तुरिया, आत्म भूपत की ए पुरिया। गुरु ग्रंथ साहिब विच इस चार तरह का जिक्र जरूर आया है। जिमें असीं एक पाठ करने, तीन व्यापै जगत को तुरिया पावै कोय। ये जिहड़ियां चार अवस्थावां ने। खैर आपां अपने विषय ते रहांगे। हुण एक है भारती मत दर्शन सार ये सुपना की है। दूसरा अजकल मनोविग्यानियां ने बहुत कोई सुपने ते खोज की है। सुपना कई रूपों में गुरु ग्रंथ साहिब विच वरतिया गया। उदाहरण वजों कई तरह दी अवस्थावां लई वरतिया गया। मैं जिहड़ी बेनती कर लगा, सुपना, जागृत, सुपन, सखोपत ते तुरिया। हालां इस संबंधी थोड़े जिहे अर्थ करांगा। जागृत का अर्थ है कि जदों इंसान जागदा है, यदि चित्त बिरती कह लो, ये बाहरमुखी जागदे होए इंद्रियां राही प्रगट हो रही है। जागदा है तो यदियां जिहड़ियां चित्त बिरतियां ने वो प्रगट हो रही ने जागदे होया। उस तो बाद दे सुपन, इंसान सौ गया है। हुण जिहड़ियां चित्त बिरतियां जागदियां होया, जिवें समझण लई मैं अखां नाल कोई चीज़ देखनी चाहना, अंदर फुरना उठिया, बिरती उठी, मैं अखां नाल देख लिया। कन्नां नाल सुनना चाहना, जबान नाल बोलना चाहना, जां इंसान किते जाना चाहता है, उस जागदियां होया इस चित्त बिरती नूं दृष्टमान अंगां राही ये मान सकता है, प्रगट कर सकता है। तो सुपन अवस्था है कि जदों जागदा नहीं रहा, पर इहदे अंदर सुपने विच अंतरमुखी वो बिरती जिहड़ी ये काम करदी पई है। शरीर मंजे ते पिया है ते सुपने राही उस बिरती दे राही ये कदी मानदा है, कदी भोग रहा, कदी रो रहा है। उस तो अगे सखोपत। फिर बेनती करा, जदों आदमी शरीरक तौर ते रज के गूढ़ी नींद विच पिया हुंदा है, उहदे लई सखोपत वरदे आ। ते गुरमुखो तुरिया अवस्था होवे जिथे बंदा तीन गुणा दी माया तो नरलेप हो के केवल पार ब्रह्म परमेश्वर भी जुड़िया है। मैं सीधे जे अर्थ कीते आ, कोई विदांतक अर्थ नहीं जाते। गुरु ग्रंथ साहिब जी ने बख्शिश की कि इस सुपने के संबंध विच मैं अर्ज करा कि अजकल और खास करके सुपनियां के संबंध विच महान मनोविग्यानक सिगमंड फ्राइड ने इस संबंधी बहुत कुछ लिखिया। उस तो अगे भी बहुत खोज हुई। जिमें उन्होंने, मैं कोई ज़्यादा गुंजल नहीं पा रहा, सिर्फ कि वेखो पश्चिम इस सुपनियां बारे किवें सोच रहा है, पूर्व किवें। उंज असी ये प्रकरण नहीं साडा वैसे अज सिर्फ एक बेनती सी कि सुपना वो कहिंदे आ जिहड़े साडा मन है। गुरबाणी दो ही मन दी है जी, एक मैला मन ते एक निर्मल मन। जदों मैला मन हुंदा है उदों वासना विच खचत हुंदा है, ते जदों मन निर्मल हुंदा है प्यारिओ उदों बिल्कुल एकाग्रता ते रसमई अपने अंतर रस पुंजदा है। इनू थोड़ा जिहा समझण वास्ते आप जी असी जदों पाठ करने, कई बारी तुसीं देखोगे इन्ना अंदर टिकिया हुंदा है, बिल्कुल शांत, ते ओही मन है, ओही शरीर है, ओही इंद्र है, ओही इंसान है। थोड़े चिर बाद जदों ये जांदा है तो सच्ची मुच्ची मैल नाल भरिया, अखां कन नक सब कुछ मलीनता। तो मैं कहना इनू समझण वास्ते इक्को उदाहरण बड़ी सोहनी है। आ जमीन जिहड़ी है अपने धुरे ते घूम रही है, इक्को मन
ਕਦੀ ਮੈਲਾ ਹੁੰਦਾ ਹੈ, ਕਦੀ ਨਿਰਮਲ ਹੁੰਦਾ ਹੈ। ਜਦੋਂ ਜ਼ਮੀਨ ਆਪਣੇ ਧੁਰੇ ਤੇ ਘੁੰਮਦੀ ਹੋਈ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਏ ਉੱਥੇ ਚਾਨਣ ਹੋ ਜਾਂਦਾ ਹੈ, ਦੂਜੇ ਪਾਸੇ ਹਨੇਰਾ ਹੋ ਜਾਂਦਾ ਹੈ। ਜ਼ਮੀਨ ਇੱਕੋ ਹੀ ਹੈ, ਸਾਹਮਣੇ ਆ ਗਿਆ ਚਾਨਣ, ਦੂਸਰੇ ਪਾਸੇ ਹਨੇਰਾ ਹੈ। ਸੱਚ ਇਹ ਵੇ ਜਦੋਂ ਇਹ ਮਨਵਾ ਇਹ ਫੁਰਨੇ ਸੰਕੋਚ ਕੇ ਸ਼ਬਦ ਦੇ ਸਾਹਮਣੇ ਆਉਂਦੇ ਆ ਤੇ ਸ਼ਬਦ ਦੀ ਰੋਸ਼ਨੀ ਵਿੱਚ ਇੱਥੇ ਨਿਰਮਲਤਾ ਹੀ ਪ੍ਰਕਾਸ਼ ਹੈ। ਤੇ ਜਦੋਂ ਸੂਰਜ ਤੋਂ ਪਾਸਾ ਵੜਦੇ ਆ ਤੇ ਚੇਤੇ ਰੱਖੋ ਅੰਦਰ ਉਸੇ ਵਕਤ ਹਨੇਰਾ ਵਾਪਰ ਜਾਂਦਾ ਹੈ। ਸ਼ਬਦ ਦੇ ਸਨਮੁਖ ਰਹਿਣਾ ਇਹ ਚਾਨਣ ਹੈ, ਸ਼ਬਦ ਤੋਂ ਬੇਮੁਖ ਹੋ ਜਾਣਾ ਗੁਰਮੁਖੋ ਇਹ ਅੰਧਕਾਰ, ਇਹ ਹਨੇਰਾ ਹੈ। ਨਿਰਮਲ ਮਨ ਵੀ ਹੈ ਤੇ ਮੈਲਾ ਮਨ ਵੀ ਹੈ। ਖੈਰ ਉਹ ਕਹਿੰਦੇ ਆ ਵੀ ਜਿਹੜਾ ਸਾਡਾ ਮਨ ਹੈ ਉਹਨਾਂ ਨੇ ਇਹਦੇ ਕਈ ਹਿੱਸੇ ਦੱਸੇ। ਉਂਝ ਅਸੀਂ ਵਰਤਨੇ ਆ ਅਚੇਤ ਮਨ, ਸੁਚੇਤ ਮਨ, ਅਵਚੇਤ ਮਨ। ਉਹਨਾਂ ਨੇ ਕੌਂਸ਼ੀਅਸ, ਸਬ ਕੌਂਸ਼ੀਅਸ ਜਾਂ ਸੁਪਰ ਕੌਂਸ਼ੀਅਸ ਆਦਿਕ ਸ਼ਬਦ ਵਰਤੇ। ਅਨਕੌਂਸ਼ੀਅਸ ਮੈਂ ਆਪ ਨੂੰ ਬੇਨਤੀ ਕਰਾਂ ਸਿੱਧਾ ਸਮਝਣ ਲਈ, ਉਹ ਕਹਿੰਦੇ ਨੇ ਕਿ ਜਿਹੜੇ ਬੰਦੇ ਦੇ ਅੰਦਰ ਖਿਆਲ ਪਏ ਰਹਿੰਦੇ ਆ, ਫੁਰਨਾ ਕਹਿ ਲਓ, ਥਾਟ ਸ਼ਬਦ ਵਰਤੀਏ। ਕਈ ਵਾਰੀ ਇਨਸਾਨ ਇਹੋ ਜਿਹਾ ਖਿਆਲ ਬਣਾਉਂਦਾ ਹੈ, ਇਹੋ ਜਿਹੇ ਫੁਰਨੇ ਬਣਾਉਂਦਾ ਹੈ ਜਿਹੜੇ ਪੂਰੇ ਨਹੀਂ ਹੁੰਦੇ। ਉਹ ਪੂਰੇ ਨਹੀਂ ਹੁੰਦੇ ਦ੍ਰਿਸ਼ਟਮਾਨ ਵਿੱਚ, ਪਰ ਉਹ ਖਿਆਲ, ਉਹ ਫੁਰਨਾ ਬੀਜ ਰੂਪ ਹੋ ਕੇ ਸਾਡੇ ਮਨ ਦੇ ਵਿੱਚ ਧੁਰ ਅੰਦਰ ਚਲਾ ਜਾਂਦਾ ਹੈ, ਜਿਹਨੂੰ ਅਚੇਤ ਮਨ ਕਹਿੰਦੇ ਆ। ਉਸ ਦੇ ਅੰਦਰ ਉਹ ਖਿਆਲ, ਉਹ ਫੁਰਨਾ ਚਲਾ ਗਿਆ। ਕਿਸੇ ਦਿਨ ਜਦੋਂ ਸ਼ਬਦ ਆਵੇਗਾ ਆਪਾਂ ਮਨ ਸੰਬੰਧੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦੇਖਾਂਗੇ। ਉਹ ਬੀਜ ਰੂਪ ਫੁਰਨਾ ਸਾਡੇ ਅੰਦਰ ਚਲਾ ਗਿਆ ਤੇ ਉਹ ਫੁਰਨਾ ਕਈ ਸਾਲ ਪਿਆ ਰਹਿੰਦਾ। ਫਿਰ ਕੀ ਹੁੰਦਾ, ਕੀ ਪਰਮੇਸ਼ਵਰ ਦੀ ਖੇਡ, ਉਹ ਜਿਹੜਾ ਫੁਰਨਾ ਸਾਡੇ ਅਚੇਤ ਮਨ 'ਚ ਪਿਆ ਹੈ ਕਈ ਸਾਲਾਂ ਬਾਅਦ ਉਹ ਸੁਪਨਾ ਬਣ ਕੇ ਰਾਤ ਨੂੰ ਸਾਨੂੰ ਦਿਸਣ ਲੱਗ ਪੈਂਦਾ ਹੈ। ਬੰਦਾ ਸਵੇਰੇ ਉੱਠ ਕੇ ਕਹਿੰਦਾ ਮੈਂ ਤਾਂ ਸੋਚਿਆ ਵੀ ਨਹੀਂ ਸੀ ਤੇ ਅੱਜ ਰਾਤ ਮੈਨੂੰ ਸੁਪਨਾ ਆ ਗਿਆ। ਕਈ ਵਾਰੀ ਆਪਣੇ ਘਰ ਦੇ ਗਏ ਕੋਈ ਬਜ਼ੁਰਗ ਕਈ ਸਾਲ ਹੋ ਗਏ ਨੇ ਗਿਆ ਨੂੰ, ਉਹ ਸੁਪਨੇ ਦੇ ਵਿੱਚ ਸਾਨੂੰ ਆ ਕੇ ਮਿਲਦੇ ਆ। ਉਹਦਾ ਕਾਰਨ ਐਵੇਂ ਨਹੀਂ ਮਿਲ ਰਹੇ, ਸਾਡੇ ਧੁਰ ਅੰਦਰ, ਸਾਡੇ ਮਾਈਂਡ ਵਿੱਚ, ਫਿਰ ਬੇਨਤੀ ਕਰਾਂ ਸਬ ਕੌਂਸ਼ੀਅਸ ਮਾਈਂਡ ਵਿੱਚ ਜਿਹੜੇ ਬੀਜ ਪੈ ਜਾਂਦੇ ਆ ਗੁਰਮੁਖੋ, ਉਹ ਸੁਪਨਾ ਹੋ ਕੇ ਬਾਹਰ ਨਿਕਲਦੇ ਆ। ਉਂਝ ਵੈਸੇ ਸੁਪਨਿਆਂ ਦੀ ਦੁਨੀਆ ਬੜੀ ਵੱਖਰੀ ਹੈ। ਆਪਾਂ ਸਿਰਫ ਲੈਣਾ ਅੱਜ ਦੇ ਪ੍ਰਕਰਨ ਗੁਰੂ ਗ੍ਰੰਥ ਸਾਹਿਬ ਵਿੱਚ। ਇੱਥੇ ਸੁਪਨੇ ਦਾ ਅਰਥ ਥੋੜ ਚਰੀਕ ਹੈ। ਇੱਥੇ ਸੁਪਨੇ ਦਾ ਅਰਥ ਹੈ ਹਕੀਕਤ ਨਹੀਂ ਹੋ ਰਿਹਾ। ਉਂਝ ਮੈਂ ਆਪ ਨੂੰ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਰੂਹਾਨੀਅਤ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਬੜਾ ਸਨਮਾਨ ਵੀ ਦਿੱਤਾ ਗਿਆ। ਇੱਥੇ ਸਿਰਫ ਸੁਪਨੇ ਦਾ ਪੱਖ ਹੈ ਕਿ ਉਹਨੇ ਹਕੀਕਤ ਨਹੀਂ ਆਉਣਾ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਬਾਬਾ ਜੀ ਕਹਿੰਦੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਪ੍ਰੀਤਮ ਸੁਪਨੇ 'ਚ ਮਿਲਿਆ। ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੁਪਨਾ ਹੋਂ ਬਰੜਾਏ ਕੈ ਜੇ ਮੁਖ ਨਿਕਸੈ ਰਾਮ ਤਾਂ ਕਿ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਮੈਂ ਬੇਨਤੀ ਕਰਾਂ ਉਹ ਸੁਪਨੇ ਦਾ ਇੱਕ ਪੱਖ ਹੈ ਕਿ ਆਪਣੇ ਮਹਿਬੂਬ ਨੂੰ ਮਿਲਣਾ। ਇੱਥੇ ਸੁਪਨੇ ਦਾ ਅਰਥ ਕਰਾਂਗੇ ਜਿਹੜਾ ਇੱਕ ਰਸ ਨਹੀਂ। ਹੁਣ ਸੁਪਨਾ ਕਦੀ ਸਥਿਰ ਹੈ ਜੀ। ਇੱਕ ਰਸ ਫਿਰ ਸੁਣੋ ਕਿ ਮੰਨ ਲਓ ਮੈਨੂੰ ਸੁਪਨੇ 'ਚ ਮੇਰੇ ਘਰ ਦੇ ਜਾ ਚੁੱਕੇ ਬਜ਼ੁਰਗ ਮਿਲਦੇ ਆ, ਪਰ ਜੋ ਕੁਝ ਮੈਂ ਦੇਖਿਆ ਕਿ ਉਹ ਇੱਕ ਰਸ ਬਣ ਕੇ ਸਵੇਰੇ ਮੈਨੂੰ ਮਿਲੇਗਾ ਨਹੀਂ, ਉਹ ਦਿਸੇਗਾ। ਇੱਥੇ ਸੁਪਨੇ ਦਾ ਅਰਥ ਹੈ ਜਿਹੜਾ ਬਦਲ ਰਿਹਾ ਹੈ। ਇੱਥੇ ਸੁਪਨੇ ਦਾ ਅਰਥ ਕਰਾਂਗੇ ਜਿਹੜਾ ਥੋੜ ਚਿਰਾ ਹੈ। ਇੱਥੇ ਸੁਪਨਾ ਦਾ ਅਰਥ ਕਰਾਂਗੇ ਜੋ ਮਿੱਥ ਹੈ। ਤੇ ਅਗਲਾ ਸ਼ਬਦ ਹੈ ਪੇਖਣਾ, ਕਿਉਂਕਿ ਥੋੜੀ ਇਹਨਾਂ ਦੀ ਵਿਆਖਿਆ ਜ਼ਰੂਰੀ ਸੀ। ਅਸੀਂ ਦੇਖਨੇ ਆ ਇੱਕ ਮਦਾਰੀ ਵਾਲਾ ਆਉਂਦਾ, ਉਹ ਆ ਕੇ ਜਾਂ ਬਾਜ਼ੀਗਰ ਬਾਜ਼ੀ ਪਾਉਂਦਾ, ਲੋਕ ਇਕੱਠੇ ਹੋ ਜਾਂਦੇ ਆ, ਪਰ ਜੋ ਕੁਝ ਬਾਜ਼ੀਗਰ ਦਿਖਾ ਰਿਹਾ ਹੈ, ਜੋ ਕੁਝ ਸਾਨੂੰ ਦਿਸ ਰਿਹਾ ਅੱਖਾਂ ਨਾਲ, ਹਕੀਕਤ ਵਿੱਚ ਤਾਂ ਕੁਝ ਵੀ ਨਹੀਂ ਨਾ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਸੁਪਨਾ ਔਰ ਬਾਜ਼ੀਗਰ ਦੀ ਖੇਡ, ਤਮਾਸ਼ੇ ਵਾਲੇ ਦਾ ਤਮਾਸ਼ਾ। ਇਹ ਇੱਕ ਰਸ ਸਦਾ ਨਹੀਂ ਰਹਿੰਦੇ, ਇਹ ਮਿੱਥ ਨੇ, ਝੂਠ ਹੋਣ ਵਾਲੇ ਨੇ, ਝੂਠ ਹੁੰਦੇ ਆ। ਪਰ ਚੇਤੇ ਰੱਖੀ ਇਸ ਸੰਸਾਰ ਵਿੱਚ ਇੱਕ ਕਰਤਾਰ ਐਸਾ ਹੈ ਜਿਹੜਾ ਨਾ ਸੁਪਨਾ ਹੈ ਤੇ ਨਾ ਕੇਵਲ ਤਮਾਸ਼ਾ ਹੈ, ਉਹਨੇ ਸਦਾ ਇੱਕ ਰਸ ਹੀ ਰਹਿਣਾ ਹੈ, ਉਹ ਕੇਵਲ ਸੁਪਨਾ ਨਹੀਂ। ਗੁਰੂ ਸਾਹਿਬ ਜੀ ਨੇ ਇੱਥੇ ਥੋੜ ਚਿਰਤਾ ਤੇ ਸਦੀਵਤਾ ਇਹਨਾਂ ਦੋਨਾਂ ਦਾ ਜ਼ਿਕਰ ਕੀਤਾ ਹੈ, ਸੁਪਨਾ ਅਤੇ ਪੇਖਣਾ।
सतगुरु गुरु ग्रंथ साहिब की बाणी और जितने अध्यात्मकवादी महापुरख ने वो इस गल ते जोर दे रहे आ कि जो कुछ आप देखने पे ये सुपना है। एक बचन है गुरु तेग बहादुर सच्चे पातशाह महाराज जी का, सोरठ राग का शब्द है। उत्थे सतगुरु ने एक सानू बड़ा वड्डा उत्साह भी दिता है। वो बचन है, रे नर ए साची जी धार। इस फिर बिनती सुनियो, रे नर ए इंसान, इस गल नूं तू अपने जेन विच चंगी तरह सच्ची धारण कर लै। रे नर ए साची जी धार, सगल जगत है जैसे सुपना, ज्यों सुपना अर पेखना। रे नर ए साची जी धार, सगल जगत है जैसे सुपना, बिनसत लगत ना बार। जिवें रात का सुपना है इस तरह जगत का प्रगटावा है। सुपने दे टुटदियां भी देर कोई नहीं लगती, ते चेते रखिए इस जगत के बिनसदियां भी कोई देर नहीं लगनी। हजूर ने कहा, रे नर ए साची जी धार, सगल जगत है जैसे सुपना, बिनसत लगत ना बार। इत्थे बार दा अर्थ देरी, बिनसत लगत ना बार। अगला बचन है, बारू भीत बनाई रच पच। बारू आप समझने बालू रेता, गिल्ली रेत लैके उसकी कंध बना दी। ये अगे सलोक भी आना जगत रचना बारे। बारू भीत बनाई रच पच, रेत की कंध बना दी, उत्ते पोचा फेर दिता। रहत नहीं दिन चार, उन्हें 4 दिन नहीं कढ़ने रेत की कंध ने। तैसे ही ये सुख माया के, जिमें रेत की कंध, मान लो गिल्ली कंध ते पोचा फेर दिता, रेत थोड़ी जी रुक जाएगी, पर वो सदा लई थोड़ी है। थोड़ी जी किरण की, सूरज की रोशनी, सूरज की छेक पिया, जां हवा चली, उस रेत की कंध ने वेखद्या वेखद्या जमीन ते विच जाना है। मेरे गुरु तेग बहादुर कहंदे आ, बंदिया इस जगत की रचना रेत की कंध ही, इन्हें बस ये जांदियां कोई देरी नहीं। रे नर ए साची जी धार, सगल जगत है जैसे सुपना, बिनसत लगत ना बार। बारू भीत बनाई रच पच, रहत नहीं दिन चार। तैसे ही ए सुख माया के उर्ज्यो कहाँ गवार। वो मूर्खा, मूर्ख मना कित्थे उलझ गया है। ये 4 दिनों की खेड, सुपन और रेत की कंध। तैसे ये सुख माया के उर्ज्यो कहाँ गवार। अजू समझ, मैं अज तां शब्द लिया प्यारिओ, जेड़ी उम्र लंघ चुकी। आप सारे घरां च बैठे आप सुन रहे हो, जिहड़ा समा लंघ गया उहदी हुण परवाह ना करिए। आउण वाले दी कोई भरोसा नहीं, कोई यकीन नहीं कि की कुछ बनना है। सारी, मैं डरावा नहीं दे रहा, ये पूरी दी पूरी जिहड़ी ये धरती है, सच ये विदाने सियाणे डॉक्टर साइंटिस्ट जो मर्जी कोई कही जाए, कल दे आउण वाले भविख का कोई पता नहीं बंदे नाल की बनना है। पर बंदा अजे भी नहीं ना समझदा। मैं हैरान हुन्ना, चल देख के एक दुनियावी जी बात है कि इस मुल्क की जां कहाँ इस प्लैनेट की त्रासदी है। एक पासे असी कह रहे हैं भुखमरी, बड़ा बुरा हाल, लोगों को रोटी नहीं मिलती। सच है, बहुत गिनती च नहीं मिलती, पर इंसान की बिरती किहड़ी उस गल नूं समझ रही है। इन्नी मुसीबत पै जाए तो वेख, तुहानूं सब नूं पता है कि इस विचों बचन का इक्को तरीका है भी दूरी बना के रखो। जिहड़ी सारे कह रहे हैं, ये कल्ला भारत नहीं कह रहा, सारी दुनिया कह रही है दूरी बना के रखो। दूजी गल सफाई करो, तां आपां बच सकने, सारे कह रहे। पर जदों मैं देखा भी आ ठेके खुल्लण दी देर है, काहदी दूरी, मैनूं अंज प्रतीत होया कि अजे लाइन विच लंघा है बंदा, इन्हें पीता भी नहीं, ਉਹਦੇ ਵੱਲ ਮੂੰਹ ਕਰਕੇ ਤੁਰਿਆ ਤੇ ਸ਼ਦਾਈ ਹੋ ਗਏ ਨੇ, ਇੱਕ ਦੂਜੇ ਤੇ ਡਿੱਗੀ ਜਾ ਰਹੇ ਨੇ। ਤੇ ਜਦੋਂ ਇਹਨਾਂ ਪੀ ਲੈਣਾ ਉਦੋਂ ਬਾਅਦ ਇਹਨਾਂ ਦਾ ਕੀ ਬਣੇਗਾ। ਅਜੇ ਸਿਰਫ ਕਿਊ 'ਚ ਖਲੋਤੇ ਆ, ਕਤਾਰ 'ਚ ਖਲੋਤੇ ਆ, ਤੇ ਇਹਨਾਂ ਨਸ਼ਾ ਵੇਖਣ ਕਰਕੇ, ਠੇਕਾ ਦੇਖਣ ਨਾਲ ਇਹਨਾਂ ਉੱਤੇ ਅਸਰ ਹੋ ਗਿਆ। ਬੰਦੇ ਤੇ ਬੰਦਾ ਡਿੱਗਦਾ ਪਿਆ, ਤੇ ਜਦੋਂ ਪੀ ਲੈਣਗੇ ਉਦੋਂ ਬਾਅਦ ਕੀ ਬਣੇਗਾ। ਉਂਝ ਵੈਸੇ ਸਤਿਗੁਰੂ ਨੇ ਬੜੀ ਕਿਰਪਾ ਕੀਤੀ ਸਿੱਖਾਂ ਤੇ। ਮੈਂ ਕਹਾਂਗਾ ਉਹਨਾਂ ਸਿੱਖਾਂ ਤੇ ਜਿਹੜੇ ਮੰਨਦੇ ਆ, ਤੇ ਜਿਹੜਾ ਰਾਤ ਨੂੰ ਗਾਤਰਾ ਟੰਗ ਕੇ दारू ਪੀ ਲੈਂਦਾ, ਸਵੇਰੇ ਸਭ ਤੋਂ ਅੱਗੇ ਪੰਥ ਦੀ ਸਭ ਵਿੱਚ ਬੈਠਾ, ਉਹਨਾਂ ਲਈ ਨਹੀਂ ਮੈਂ ਕਹਿ ਰਿਹਾ। ਇਹ ਉਹਨਾਂ ਲਈ ਜਿਹੜੇ ਮੰਨਦੇ ਆ ਸਤਿਗੁਰੂ ਨੂੰ। ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ। ਮੈਂ ਥੋੜਾ ਜਿਹਾ, ਮੇਰੀ ਇੱਛਾ ਸੀ ਵੀ ਇੰਨੀ ਮੁਸੀਬਤ ਵਿੱਚ
ਬੰਦਾ ਫਿਰ ਵੀ ਨਹੀਂ ਸਮਝਦਾ ਪਿਆ ਹੋਏ। ਇਹ ਆਪਾਂ ਸਾਰੇ ਕਹਿ ਰਹੇ ਸਨ ਨਾ ਜੀ, ਜੋ ਕੁਝ ਹੋਇਆ ਹੈ ਤੁਸੀਂ ਦੇਖਿਓ, ਇਹ ਬੰਦੇ ਸਾਰੇ ਬਦਲ ਜਾਣਗੇ। ਟੀਵੀ ਕਹਿੰਦੇ ਸਨ ਆਹ ਬਦਲ ਜਾਏਗਾ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦਾ ਸਵਾਨ ਪੂਜਿਓ ਭਇਓ ਨਾ ਸੋਧੋ, ਬਹੁਤ ਯਤਨ ਮੈਂ ਕੀਨੋ। ਕਹਿੰਦੇ ਨੇ ਕੁੱਤੇ ਦੀ ਪੂੰਛ ਹੈ ਛੇਤੀ ਸਿੱਧੀ ਨਹੀਂ ਹੁੰਦੀ। ਮੈਂ ਬਾਣੀ ਚੋਂ ਬੇਨਤੀ ਕਰ ਰਿਹਾ। ਫਿਰ ਜਿਹੜੀਆਂ ਗੱਲਾਂ ਤੋਂ ਗੁਰੂ ਜੀ ਨੇ ਵਰਜਿਆ, ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਕਹਿੰਦੇ ਨੇ ਮੇਰਾ ਪਿਆਰਾ ਸਿੱਖ ਹੋਵੇ ਜਿਹੜਾ ਆ 5 ਐਬ ਆਪਣੀ ਜ਼ਿੰਦਗੀ ਛੱਡ ਦੇ। ਪੁੱਛਿਆ ਮਹਾਰਾਜ ਕਿਹੜੇ? ਹਜ਼ੂਰ ਨੇ ਉੱਥੇ ਕਿਹਾ ਪਰ ਨਾਰੀ, ਪਹਿਲਾ ਪਰਾਇਆ ਧਨ, ਦੂਜਾ ਜੂਆ, ਤੀਸਰਾ ਅਸਤ। ਅਸਤ ਮੀਨਜ ਝੂਠ। ਪਰ ਨਾਰੀ, ਜੂਆ, ਅਸਤ 3 ਹੋ ਗਏ। ਪਰਾਇਆ ਧਨ, ਜੂਆ ਖੇਡਣਾ, ਝੂਠ ਬੋਲਣਾ। ਚੋਰੀ ਆਪਾਂ ਸਮਝ ਗਏ, ਕਿਸੇ ਦੀ ਵਸਤੂ ਚੁਰਾਣੀ। ਉਂਝ ਚੋਰੀ ਦੇ ਅਰਥ ਵੀ ਬੜੇ ਡੂੰਘੇ ਨੇ। ਇੱਕ ਹੈ ਫਿਜ਼ੀਕਲ ਤੌਰ 'ਤੇ ਚੋਰੀ ਕਰਨੀ ਹੱਥਾਂ ਨਾਲ, ਇੱਕ ਹੈ ਫੁਰਨਿਆਂ ਨਾਲ ਚੋਰੀ ਕਰੀ ਜਾਣੀ। ਪਰਾਇਆ ਧਨ, ਪਰਾਇਆ ਧਨ। ਪਰ ਨਾਰੀ, ਜੂਆ, ਅਸਤ, ਚੋਰੀ, ਮਦਰਾ। ਮਦਰਾ ਆਪ ਸਮਝਦੇ ਹੋ ਨਸ਼ਾ। ਪਰ ਨਾਰੀ, ਜੂਆ, ਅਸਤ, ਫਿਰ ਪਰਾਇਆ ਧਨ, ਜੂਆ, ਝੂਠ, ਚੋਰੀ ਤੇ ਸ਼ਰਾਬ ਪੀਣਾ। ਪਰ ਨਾਰੀ, ਜੂਆ, ਅਸਤ, ਚੋਰੀ, ਮਦਰਾ ਜਾਨ, 5 ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਨ। ਮੇਰਾ ਸਭ ਤੋਂ ਸਿਆਣਾ ਸਿੱਖ ਹੋਵੇ ਜਿਹੜਾ ਇਹਨਾਂ 5 ਐਬਾਂ ਨੂੰ ਛੱਡ ਦੇ। ਤੇ ਜੇ ਬੰਦਾ ਮੌਤ ਦੇ ਥਾਏ ਸਾਏ ਥੱਲੇ ਵੀ ਨਹੀਂ ਸਮਝਦਾ ਪਿਆ ਅੱਜ, ਫਿਰ ਪਿਆਰਿਓ ਬਸ ਸਮਝੋ ਰੱਬ ਹੀ ਰਾਖਾ ਹੈ। ਮੈਂ ਇੱਕ ਸਿਰਫ ਉਦਾਹਰਨ ਹੋਰ ਦੇ ਕੇ, ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਪ੍ਰਮਾਣ ਨੇ ਇਸ ਚੀਜ਼ ਦੇ। ਇੱਕ ਸਾਡੇ ਵਿਦਵਾਨ ਸਨ ਪੰਜਾਬੀ ਦੇ, ਧਨੀ ਰਾਮ ਜੀ ਚਾਤਰਿਕ। ਉਹਨਾਂ ਦੀ ਕਵਿਤਾ ਮੈਂ ਕਈ ਵਾਰੀ ਪੜ੍ਹਨਾ ਹੁੰਦਾ, ਉਹਨਾਂ ਦੀ ਰਚਨਾਵਲੀ ਜਦੋਂ, ਤੇ ਉਹਨਾਂ ਨੇ ਇਸ ਸੰਬੰਧੀ ਇੱਕ ਲਿਖਿਆ ਸ਼ਰਾਬ ਦੇ ਸੰਬੰਧ ਵਿੱਚ। ਤੇ ਸ਼ਰਾਬ ਦਾ ਮਤਲਬ ਇਹ ਸ਼ਰ ਆਬ 2 ਚੀਜ਼ਾਂ ਨੇ। ਸ਼ਰ ਆਬ, ਸ਼ਰਾਰਤ ਵਾਲਾ ਪਾਣੀ, ਜਿਹਨੂੰ ਪੀਣ ਨਾਲ ਬੰਦਾ ਸ਼ਰਾਰਤਾਂ ਹੀ ਸੁੱਝਦੀਆਂ ਨੇ। ਹੋ ਸਕਦਾ ਕਈ ਸੱਜਣ ਪੀ ਕੇ ਵਹਿੰਦੇ ਹੋਣ ਮੈਨੂੰ, ਤੇ ਮਨ 'ਚ ਕੀ ਸੋਚਣਗੇ। ਧਨੀ ਰਾਮ ਚਾਤਰਿਕ ਨੇ ਲਿਖਿਆ, ਉਹ ਕਹਿੰਦਾ ਕਿੱਕਰ ਦੀ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ। ਉਹ ਕਿੱਕਰ ਪਾ ਕੇ ਦਾਰੂ ਕੱਢਦੇ ਸਨ, ਕਿੱਕਰ ਦੀ ਸੱਕ ਪਾ ਕੇ। ਇਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਇਹਦਾ ਮਤਲਬ ਇਹ ਨਹੀਂ ਜੇ ਜ਼ਿਕਰ ਕੀਤਾ ਉਹ ਪੀਣ ਵਾਸਤੇ ਕਿਹਾ। ਉਹ ਲਿਖਦੇ ਨੇ ਕਿੱਕਰ ਦੀ ਚੜੇਲ ਸਿਰ ਚੜ੍ਹ ਕੇ ਬੰਦਿਓ ਜਿੰਨ ਬਣਾਵੇ, ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਵੇ। ਇੱਜ਼ਤ ਅਣਖ ਸਿਹਤ ਤੇ ਪੈਸਾ ਚਾਰੇ ਬੰਨੇ ਲਾਵੇ, ਐਸਾ ਅੰਨਾ ਜੱਫਾ ਪਾਵੇ ਮੜੀਆਂ ਤੀਕ ਨਾ ਛੱਡੇ। ਐਸਾ ਅੰਨਾ ਜੱਫਾ ਮਾਰੇ ਮੜੀਆਂ ਤੀਕ ਨਾ ਛੱਡੇ। ਫਿਰ ਵੀ ਸ਼ੁਕਰ ਕਰੋ ਰੱਬ ਦਾ ਜੇ ਪਿਛਲਿਆਂ ਕੋਲ ਨਾ ਆਵੇ। ਕਹਿੰਦੇ ਜਿਹੜਾ ਪੀਂਦਾ ਉਹ ਤਾਂ ਤੁਰ ਗਿਆ। ਮੈਂ ਖੈਰ ਵਿਸ਼ੇ ਤੋਂ ਥੋੜ੍ਹਾ ਜਿਹਾ ਨਿਕਲਿਆ, ਤੇ ਮੇਰੀ ਇੱਛਾ ਸੀ ਕਿ ਪਿਆਰਿਓ ਚੇਤੇ ਰੱਖਿਓ, ਸੁਚੇਤ ਰਹਾਂਗੇ ਤੇ ਤਾਂ ਇਸ ਬਿਮਾਰੀ ਦਾ ਮੁਕਾਬਲਾ ਕਰ ਸਕਾਂਗੇ। ਤੇ ਜੇ ਆਹ ਕੰਮ ਜਿਹੜੇ ਲੋਕ ਕਰਦੇ ਪਏ, ਇਹਦੇ ਨਾਲ ਤਾਂ ਚਲੋ ਪਰਮੇਸ਼ਵਰ ਕਿਰਪਾ ਕਰੇ, ਜਿਹਨੇ ਲਾਈ ਉਹ ਕੱਟੇਗਾ ਵੀ। ਮੈਂ ਫਿਰ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ। ਮੈਂ ਬੇਨਤੀ ਆਪ ਨੂੰ ਕਰ ਰਿਹਾ ਸੁਪਨਾ, ਕਿ ਉਸ ਵਿੱਚ ਮੈਂ ਅਰਜ਼ ਜਿਹੜੀ ਕਰ ਰਿਹਾ ਸਾਂ, ਗੁਰੂ ਜੀ ਕਹਿੰਦੇ ਨੇ ਅਜੂ ਸਮਝ ਕੱਛ ਬਿਗੜਿਓ ਨਾਹਿਨ। ਮੈਂ ਕਹਿੰਦਾ ਏਦੂ ਵੱਡਾ ਕੋਈ ਤਰਵਾਸ ਦਏਗਾ? ਕਈ ਬੰਦੇ ਐਸੇ ਹੋਣਗੇ ਜਿਹੜੇ ਮਨ ਸੋਚਣਗੇ ਵੀ ਮੈਂ ਇੰਨੀ ਉਮਰ ਲੰਘ ਗਈ, ਹੁਣ ਭਾਈ ਜੀ ਰੋਜ਼ ਕਹਿੰਦੇ ਨੇ ਬਾਣੀ ਬਾਰੇ ਨਾ ਬਣ, ਹੁਣ ਤੇ ਅੱਗੇ ਸਹੀ ਜੀ, ਹੁਣ ਤੇ ਅੱਗੇ ਸਹੀ ਜੀ। ਇਹ ਰਹਿਣ ਦਿਓ ਪਿਆਰਿਓ। ਗੁਰਮਤ, ਗੁਰੂ ਗ੍ਰੰਥ ਸਾਹਿਬ ਇੰਨਾ ਪੋਜ਼ਿਟਿਵ ਸਾਨੂੰ ਸੋਚ ਦਿੰਦਾ ਹੈ। ਗੁਰੂ ਤਾਂ ਕਹਿੰਦਾ ਉਹ ਭਲਿਆ ਤੇਰੀ ਸਾਰੀ ਜ਼ਿੰਦਗੀ ਬਤੀਤ ਹੋ ਗਈ ਹੋਵੇ, ਇੱਕ ਸਾਹ ਰਹਿੰਦਾ ਹੋਵੇ, ਇੱਕ ਸਾਹ ਸਾਂਭਲਾ ਹੋ ਸਕਦਾ ਹੈ, ਇੱਕ ਸਾਹ ਤੇਰੇ ਸਾਰੇ ਪਾਪਾਂ ਨੂੰ ਧੋ ਕੇ ਰੱਖਦਾ ਹੈ। ਅੱਗ ਦੀ ਚਿੰਗਾਰੀ ਨਾਲ ਕਰੋੜਾਂ ਗੱਠਾਂ ਰੂਹ ਦੀਆਂ ਸੜ ਜਾਂਦੀਆਂ ਨੇ, ਇੱਕ ਘੜੀ ਦੇ ਸਿਮਰਨ ਨਾਲ ਕਰੋੜਾਂ ਜਨਮਾਂ ਦੇ ਪਾਪ ਸੜ ਜਾਂਦੇ ਆ। ਮੈਂ ਅਰਜ਼ ਕਰਾਂਗਾ ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ ਬਿਨਸਤ ਲਗਤ ਨਹੀਂ ਬਾਹਰ। ਬਾਰੂ ਭੀਤ ਬਣਾਈ ਰਚਪਚ ਜਿਉਂ ਸੁਪਨਾ ਅਰਪੇਖਨ, ਬਾਰੂ ਭੀਤ ਬਣਾਈ ਰਚਪਚ ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਅਜੂ ਸਮਝ ਕੱਛ ਬਿਗੜਿਓ ਨਾਹਿਨ, ਭਜ ਲੈ ਰਾਮ ਮੁਰਾਰ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮੇਰੀ ਗੱਲ ਮੰਨੋ, ਅੱਜ ਹੀ ਸਮਝਦਾ। ਅਜੂ ਸਮਝ ਕੱਛ ਬਿਗੜਿਓ ਨਾਹਿਨ, ਭਜ ਲੈ ਰਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ। ਇਸ ਤੁਕ ਨੂੰ ਫਿਰ ਸੁਣੋ। ਕਹੋ ਨਾਨਕ ਨਿਜ ਮਤ ਸਾਧਨ ਕੋ, ਬਹੁਵਚਨ ਸਾਧਾਂ ਦਾ, ਗੁਰਮੁਖਾਂ ਦਾ, ਸੰਤਾਂ ਦਾ।
कहते गुरु तेग बहादुर कहते ने मेरा नहीं, जितने भी रूहानी पुरुष इस धरती ते होए ने उन्हां सारियां दी इक्को मत है। याद रखियो, मूर्खां दे ख्याल नहीं मिलते हुंदे, सियाणियां दे ख्याल इक्को ही हुंदे आ। मैं सोचना हुन्ना कि गुरु ग्रंथ साहिब नूं असीं मत्था टेकने, चलो हुण घर घर तक गल ये पहुँच रही है, तो मैं आप नूं फिर बेनती करांगा, गुरमुख महापुरख संत गुरसिख चंगे जीवन वाले देख के आपां सब दा सन्मान करिए, निंदिया दुश्मन दी भी ना करिए। उंज वैसे दुश्मन दा लफ्जी अर्थ वैरी आपां कर दिंदे आ, वैरी ते नहीं हुंदा इहदा अर्थ, चलो पर्यावाची जिहा शब्द बन गया। दुश्मन दा लफ्जी अर्थ है दूषित है मन जिसका, जिस बंदे दा अपना मन दूषित है उन्होंने दूजे दुश्मन दी की लोड़ है। पर मैं फिर भी बेनती करांगा कि गुरु साहिब जी ने साडे ते बख्शिश की। देखो एक मत गुरु तेग बहादुर कहते ने सारे संत बोल के कह रहे आ, तो हुण गुरु साहिब ने यह बख्शिश की जिहड़ी मैं अर्ज कर लगा कि गुरु ग्रंथ साहिब 15 भगत ने, भट्ट साहिबान जी ने, 6 गुरु साहिबान ने, गुरसिख ने। हालांकि कुछ भगत ऐसे ने जिहड़े शरीरक तौर पर एक दूजे नूं मिले ने, उन्हां दी बोली भी आपस में मेल नहीं खाती। वो परमात्मा लई, प्रभु लई, रब लई भी शब्द आपो अपने वरते। एक पासे भगत जयदेव जी ने जिहड़े बंगाल विच रहन वाले ने, कलकत्ते तो अगे। दूजे पासे बाबा फरीद ने पाकपटन च बैठे, चलो दिल्ली तक गए, खांसी आदि, पर दोनों समकाली ने। बाबा फरीद साहब भगत जयदेव जी का जन्म 1170 का है, बाबे फरीद साहब का जन्म जदों असीं वेखने 1173 का है। ये दोनों महापुरुष समकाली ने, इलाका दोनों का वखरा वखरा है, पर प्यारिओ याद रखियो इन्हां दी जिहड़ी शब्दावली वखरी वखरी, एक लैंदी पंजाबी बोलदा, जुदा संस्कृति बोलदा। भगत जयदेव कहंदा प्रमाद पुरख मनोपमंग सत आद भाव रतन। बाबा फरीद कहंदा बोले शेख फरीद प्यारे अल्लाह लगे, ये तन होशी खाक निमाणी गोर घरे। गुरु साहब कहंदे आ भावें कोई बंगाली च बोले, भावें कोई पंजाबी च बोले, भावें कोई सिंधी विच बोले, भावें कोई गुजराती विच बोले, भावें कोई मराठी विच बोले, भावें कोई उड़िया विच बोले, भावें कोई तेलुगु विच बोले, भावें कोई तामिल विच बोले, पर एक गल चेते रखियो जबान दे अखर वख वख ने, पर जे सच की गल की जाएगी सारे सियाणियां दी मत इक्को ही होवेगी। भाखा वचक पर अंदर दी सुरत इक्को है। गुरु तेग बहादुर कहंदे नेर नर ये साची जी धार, सगल जगत है जैसे सुपना बिनसत लगत निबार। बारू भीत बनाई रचपच रहत नहीं दिन चार, तैसी ये सुख माया के उर्ज्यो कहाँ गवार। कहो नानक निज मत साधन को भाख्यो तोहे पुकार। कहते मेरी जिंदगी का तजर्बा ही, मैं तेनों संतां गुरमुखां महापुरखां दे रूहानी तौर पर जगियां हुई आत्मावां, जागियां हुई आत्मावां, मैं उन्हां दा मत दसना वा कि यह सुपना और पेखना है। मैं फिर बेनती करा इनू थोड़ा जिहा अर्थां नूं अपनी जिंदगी ते टुका ले। ये सदा चिर नहीं इक्को जिहा, एक रस नहीं, ना सुपना ते ना बाजीगर दी खेड। देखो गुरु साहब ने एक बचन भी किया, गुरु नानक साहब का बचन है, तो मेरा ख्याल है बड़ा सौखा है। जेडे इस अवस्था तक लंघ चुके ने वो सोचणगे अज बैठ गए मैं भी आप विच, असीं देखांगे वो सुपना बन चुका है, वो सदैव नहीं। जदों बंदा वरदा उदों सदैव कहंदा। ये बचन है 10 बाल तन 20 रवण 30 का सुंदर कहावै। 40 पुर होए 85 पग खिसै 60 का बुढ़ेपा आवे। 70 का मतहीन 80 का व्यवहार न पावे। 90 का सिंहासनी मूल न जाने आप बल। महाराज कहंदे ने टंडोलम ढूंढम डिठ में नानक जग धुएं का धौल खाल। चलो अर्थ जेडे बाणी पढ़ते उन्होंने समझ पाएगी। तो मैनू इस गल की प्रसन्नता है कि जिस दिन की विचार शुरू की है काफ़ी संगत जी वो बाणी भी पढ़ रही है तो अर्थ बोध वाले पासे भी तुरन का यतन कर रहे।
ਤੇ ਇਹ ਗੱਲ ਯਾਦ ਰੱਖਿਓ, ਜਿਹੜੀ ਗੱਲ ਅੱਜ ਸਮਝ ਨਹੀਂ ਪੈਂਦੀ, ਜਿਉਂ-ਜਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ ਨਾ, ਤੁਰ ਅੰਦਰੋਂ ਬਾਣੀ ਇਹੋ ਜਿਹਾ ਰਸ ਦੇਗੀ ਕਿ ਆਪ ਖੁਦ ਮੁਹਾਰੇ ਬਾਣੀ ਪੜ੍ਹਦਿਆਂ ਕਹੋਗੇ ਇਹਦਾ ਭਾਵ ਕੀ ਹੈ। ਇਹ ਖਜ਼ਾਨਾ ਬੜਾ ਵੱਡਾ ਹੈ। ਹਜ਼ੂਰ ਨੇ ਜਿਹੜਾ ਸ਼ਬਦ ਵਰਤਿਆ ਵੀ ਕਿਵੇਂ ਇੱਕ ਰਸ ਨਹੀਂ, ਹੁਣ ਇਹਦੇ ਵਿੱਚ ਮੈਂ ਅਰਥ ਕਰਨ ਲੱਗਾ 10 ਬਾਲ ਤਣ, ਜਨਮ ਤੋਂ ਲੈ ਕੇ 10 ਸਾਲ ਦੀ ਉਮਰ ਉਹ ਸਥਿਰ ਰਹੀ ਹੈ ਜੀ, ਉਹ ਸੁਪਨਾ ਨਹੀਂ। ਅੱਜ ਜਿੰਨੇ ਅਸੀਂ ਇਸ ਉਮਰ 'ਚ ਲੰਘ ਰਹੇ ਹਾਂ, ਸਾਡੇ ਬੀਤੇ ਹੋਏ ਦਿਨ ਸੁਪਨਾ ਨੇ, ਸੀ ਕਦੀ ਪਰ ਥਿਰ ਨਹੀਂ। ਇਹਨੂੰ ਫਿਰ ਸੁਣਿਓ, ਅੱਜ ਸੰਸਾਰ ਦਿਸ ਰਿਹਾ ਪਰ ਥਿਰ ਨਹੀਂ। ਇਸ ਤਰ੍ਹਾਂ ਸਥਿਰ ਨਹੀਂ ਜਿਵੇਂ ਸਾਡਾ ਬਚਪਨ 10 ਸਾਲ ਦਾ ਲੰਘਿਆ, ਉਹ ਚਲਾ ਗਿਆ, ਉਹ ਸਥਿਰ ਨਹੀਂ। 10 ਬਾਲ ਤਣ, 20 ਰਵਣ, ਰਵਣ ਦਾ ਅਰਥ ਹੁੰਦਾ ਰਮਣਾ, ਭੋਗ ਵੱਲ ਰੁਚੀ ਵਧਣੀ, ਕਾਮੁਕ ਬਿਰਤੀ ਖੋਣੀ। ਕਹਿੰਦੇ ਨੇ 10 ਸਾਲ ਤੱਕ ਬੰਦਾ ਬਚਪਨ ਵਿੱਚ ਨਿਕਲ ਗਿਆ, 20 ਸਾਲ ਦੇ ਪੜਾਅ ਤੱਕ ਪਹੁੰਚਿਆ, ਇਹਦੀਆਂ ਕਾਮੁਕ ਬਿਰਤੀਆਂ ਵਧੀ ਗਈਆਂ। ਤੀਸਰਾ ਕਾ ਸੁੰਦਰ ਕਹਾਵੈ। ਹੁਣ 30 ਸਾਲ ਦੀ ਉਮਰ 'ਚ ਪੂਰਾ ਜ਼ੋਰ ਲੱਗਦਾ ਮੈਂ ਸਭ ਤੋਂ ਸੋਹਣਾ ਲੱਗਾ, ਸਾਰੇ ਮੈਨੂੰ ਸਰੀਰਕ ਤੌਰ 'ਤੇ ਬੰਦਾ ਅੱਜ ਤਾਂ ਚਲੋ ਇਹ ਸੁਹਾਪਣ ਵੀ ਤਾਂ ਇੱਕ ਵਪਾਰ ਹੈ ਨਾ। ਮਹਾਰਾਜ ਕਹਿੰਦੇ 10 ਬਾਲ ਤਨ 20 ਰਵਨ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ। ਪੁਰ ਹੋਏ ਫਾਰਸੀ, ਪੁਰ ਦਰ ਤੇ ਮੁਕੰਮਲ ਹੋ ਗਿਆ। ਕਹਿੰਦੇ 30 ਸਾਲ ਤੋਂ ਬਾਅਦ 40 ਸਾਲ ਤੱਕ ਪਹੁੰਚ ਕੇ ਬਸ ਬੰਦਿਆ ਜਿਹੜਾ ਜ਼ੋਰ, ਜਿਹੜੀ ਤਾਕਤ, ਜੋ ਕੁਝ ਆਉਣਾ ਸੀ ਨਾ, ਹੁਣ ਇਹ ਪੂਰਾ ਹੋ ਚੁੱਕਾ ਹੈ। ਹੁਣ ਡਾਕਟਰ ਵੀ ਕਹਿੰਦੇ ਆ ਨਾ, ਜਦੋਂ ਦਵਾਈ ਲੈਣ ਜਾਓ ਉਮਰ ਕਿੰਨੀ ਪੁੱਛਦੇ, ਕਹਿੰਦੇ 40 ਤੋਂ ਲੰਘ ਗਿਆ, ਕਹਿੰਦਾ ਹੁਣ ਨਮਕ ਤੇ ਮਿੱਠਾ ਘੱਟ ਕਰ ਦੇ। ਯਾਦ ਰੱਖੋ ਬਾਬਾ ਜੀ ਨੇ ਬਾਣੀ 'ਚ ਕਿਹਾ 40 ਤੇ ਆ ਕੰਮ ਪੂਰਾ ਹੋ ਗਿਆ। 10 ਬਾਲ ਤਨ 20 ਰਵਨ, 30 ਕਾ ਸੁੰਦਰ ਕਹਾਵੈ, 40 ਪੁਰ ਹੋਏ, 85 ਪੱਗ ਖਿਸੈ। ਹੁਣ 50 ਸਾਲ ਦੀ ਉਮਰ ਹੋ ਗਈ। ਜਦੋਂ 50 ਸਾਲ ਤੋਂ ਟੱਪਿਆ, ਹੁਣ ਪੈਰ ਖਿਸਕਣ ਲੱਗ ਗਿਆ, ਕਿੱਧਰ? ਮੌਤ ਵੱਲ। ਜਿਵੇਂ ਆਪਾਂ ਦੇਖਦੇ ਹਾਂ ਸੂਰਜ ਚੜ੍ਹਦਾ ਨਾ ਜੀ, ਤੇ ਦੁਪਹਿਰ ਤੱਕ ਚੜ੍ਹਾਈ ਏ, ਤੇ ਦੁਪਹਿਰ ਤੋਂ ਬਾਅਦ ਜਿੰਨੀ ਦੇਰ ਤੱਕ ਅਸਤ ਨਹੀਂ ਹੁੰਦਾ, ਟਾਈਮ ਤਾਂ ਉਹਨਾਂ ਕੋਈ ਲੱਗਦਾ ਨਾ। ਆਪਾਂ ਦੁਪਹਿਰ ਤੋਂ ਬਾਅਦ ਕਹਿੰਦੇ ਜਿੰਨਾ ਸਮਾਂ ਚੜ੍ਹਨ 'ਤੇ ਲੱਗਾ ਉਹਨਾਂ ਉਤਰਨ 'ਤੇ ਲੱਗਾ, ਪਰ ਦੁਪਹਿਰ ਤੋਂ ਬਾਅਦ ਜਦੋਂ ਉਤਰਦਾ ਉਦੋਂ ਪੱਗ ਖਿਸ ਰਿਹਾ। ਸ਼ਿਵ ਕੁਮਾਰ ਬਟਾਲਵੀ ਨੇ ਇੱਕ ਜਗ੍ਹਾ ਲਿਖਿਆ ਸੀ, ਚੜ੍ਹਿਆ ਸੀ ਜੋ ਸੂਰਜ ਉਸ ਡੁੱਬਣਾ ਸੀ ਜ਼ਰੂਰ, ਕੋਈ ਝੂਠ ਕਹਿ ਰਿਹਾ ਕਿ ਪੱਛਮ ਨੇ ਮਾਰਿਆ। ਮੈਂ ਬੇਨਤੀ ਕਰਾਂ, ਇਹ ਪੱਗ ਖਿਸਦਾ। 40 ਪੁਰ ਹੋਏ, 85 ਪੱਗ ਖਿਸੇ, 60 ਕੇ ਬੁੱਢੇ ਭਾਵ ਹੈ। 60 ਸਾਲ ਦੀ ਉਮਰ ਬੁਢੇਪੇ ਨੇ ਘੇਰ ਲਿਆ। 70 ਕਾ ਮਤਹੀਣ, ਚੇਤੇ ਰੱਖਿਓ ਇਹ ਉਹਦੇ ਲਈ ਵਿਆਖਿਆ ਕੀਤੀ ਜਾ ਰਹੀ ਹੈ ਜਿਨ੍ਹਾਂ ਹਕੀਕਤ ਨੂੰ ਨਹੀਂ ਜਾਣਿਆ, ਪਰ ਜਿਨ੍ਹਾਂ ਦੇ ਅੰਦਰ ਸੁਰਤ ਕਾਇਮ ਹੋਵੇ। ਪਿਆਰਿਓ, ਉਹ ਧੰਨ ਧੰਨ ਗੁਰੂ ਅਮਰਦਾਸ ਜਿਨ੍ਹਾਂ ਦਾ ਕੱਲ ਪੁਰਬ ਸੀ, ਮੈਂ ਜ਼ਿਕਰ ਨਹੀਂ ਕਰ ਸਕਿਆ, ਖਿਮਾ ਕਰਿਓ। ਉਹ ਇਸ ਉਮਰ 'ਚ 72 ਸਾਲ ਦੀ ਉਮਰ 'ਚ ਵੀ ਗਾਗਰ ਚੁੱਕ ਕੇ ਕਹਿੰਦਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆ। ਮਹਾਰਾਜ ਕਹਿੰਦੇ 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। ਹੁਣ 80 ਸਾਲ ਦੀ ਉਮਰ ਕੋਈ ਕੰਮ ਨਹੀਂ ਕਰ ਸਕਦਾ। 90 ਕਾ ਸੇ ਜਾਸਨੀ, 90 ਸਾਲ ਦੀ ਉਮਰ ਮੰਜੀ ਤੇ ਲੇਟ ਗਿਆ। ਜਿੱਥੋਂ ਬਚਪਨ ਸ਼ੁਰੂ ਹੋਇਆ ਉੱਥੇ ਬੁਢੇਪਾ ਆ ਗਿਆ। ਜੰਮਿਆ ਸੀ ਉਦੋਂ ਵੀ ਮੰਜੇ ਤੇ ਮਰਨ ਲੱਗਿਆ ਫਿਰ ਮੰਜੇ ਤੇ। ਜੰਮਿਆ ਸੀ ਤੇ ਮਾਂ ਬਾਪ ਮਲ ਮੂਤਰ ਸਾਂਭਦੇ ਸਨ ਤੇ ਮਰਨ ਲੱਗਿਆ। ਜਾਂ ਪੁੱਤਰ ਧੀਆਂ ਨੇ, ਖੁਸ਼ਕਿਸਮਤ ਨੇ ਜਿਨ੍ਹਾਂ ਦੇ ਪੁੱਤਰ ਧੀਆਂ ਨਹੀਂ ਤੇ ਵਿਚਾਰੇ ਬਿਰਧ ਆਸ਼ਰਮ 'ਚ ਨੇ। 90 ਕਾ ਸੇ ਜਾਸਨੀ, ਮੂਲ ਨਾ ਜਾਣੈ ਅਪ ਬਲ, ਟੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੂਵੇਂ ਕਾ ਧੌਲ ਕਰ। ਕਹਿੰਦੇ ਨੇ ਭਲਿਆ ਜਿਹੜਾ ਇਹ ਜੋ ਤੂੰ ਦੇਖ ਰਿਹਾ ਹੈ, ਇਹ ਇਸ ਤਰ੍ਹਾਂ ਜਿਵੇਂ ਸੱਚੀ ਮੁੱਚੀ ਧੂੰ ਦੇ ਘਰ ਬਣੇ ਨੇ, ਧਵਲ ਮਹਿਲ ਮਾੜੀਆਂ, ਜਿਵੇਂ ਧੂਆਂ ਸਾਨੂੰ ਭੁਲੇਖਾ ਪਾਉਂਦਾ ਵੀ ਮਹਿਲ ਹੈ। ਸਤਿਗੁਰੂ ਕਹਿੰਦਾ ਬਸ ਬੰਦਿਆ ਤੇਰੀ ਜ਼ਿੰਦਗੀ ਇਸ ਤਰ੍ਹਾਂ ਜਿਵੇਂ ਧੂਵੇਂ ਦਾ ਇੱਕ ਪਹਾੜ ਹੈ। ਇੱਥੇ ਸਤਿਗੁਰੂ ਨੇ ਕਿਹਾ ਜਿਉਂ ਸੁਪਨਾ ਅਰ ਪੇਖਣਾ। ਇਹਨੂੰ ਚਲੋ ਸਮਝਣ ਲਈ ਸ਼੍ਰੀਮਾਨ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਦੀ ਰਚਨਾ ਵਿੱਚੋਂ ਮੈਂ ਸਥਿਰ ਤੇ ਥੋੜ ਚਿਰੀ ਜਿਹੜੀ ਖੇਡ ਹੈ, ਸੁਪਨਾ ਔਰ ਤਮਾਸ਼ਾ, ਇਹ ਥੋੜ ਚਿਰਾ ਹੈ, ਸਥਿਰ ਨਹੀਂ। ਉਹਨਾਂ ਦਾ ਇੱਕ ਬਚਨ ਹੁੰਦਾ ਹੈ, ਹਰ ਚੰਦੋਰੀ ਦੇਖ ਕੇ ਕਰਦੇ ਪਰਵਾਸਾ। ਅਰਥ ਮੈਂ ਕਰ ਦੇਣਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹਿ ਪਿਆਸਾ, ਸੋਹਣਾ ਰਾਜ ਕਮਾਈਐ ਕਰ ਭੋਗ ਬਲਾਸਾ।
ਛਾਇਆ ਬਿਰਖ ਨਾ ਰਹੇ ਥਿਰ ਪੂਜੈ ਕਿਉਂ ਆਸਾ। ਭਾਈ ਸਾਹਿਬ ਕਹਿੰਦੇ ਨੇ ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ, ਜਿਉਂ ਸੁਪਨਾ ਅਰ ਪੇਖਣਾ। ਬਾਜ਼ੀਗਰ ਦੀ ਖੇਡ ਜਿਉਂ ਸਭ ਕੂੜ ਤਮਾਸ਼ਾ। ਇਹਦੇ ਅਰਥ ਮੈਂ ਤਾਂ ਕਰਨਾ ਹੁੰਨਾ ਕਿਉਂਕਿ ਕੋਈ ਐਸੇ ਵੀ ਸੱਜਣ ਹੋ ਰਿਹਾ ਜਿਨ੍ਹਾਂ ਕਦੀ ਗੁਰਮਤ ਦਾ ਇਹ ਸਾਇ ਨਹੀਂ ਪੜੀ ਬਾਣੀ। ਭਾਈ ਸਾਹਿਬ ਕਹਿੰਦੇ ਨੇ ਖਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ। ਗੁਰੂ ਗ੍ਰੰਥ ਸਾਹਿਬ ਵਿੱਚ ਗੰਧਰਵਾ ਨਗਰੀ ਤੇ ਖਰ ਚੰਦੌਰੀ ਦਾ ਜ਼ਿਕਰ ਬੜੀ ਵਾਰੀ ਆਇਆ ਹੈ। ਹਰ ਚੰਦੌਰੀ ਅਸਲ 'ਚ ਜਦੋਂ ਅਸੀਂ ਦੇਖਦੇ ਹਿੰਦੂ ਇਤਿਹਾਸ ਨਾਲ ਜੁੜੀ ਕੋਈ ਘਟਨਾ ਹੈ। ਮੈਂ ਥੋੜ੍ਹਾ ਜਿਹਾ ਵੇਰਵਾ ਦੇ ਦਿਆਂ। ਇਹ ਖਰੀ ਚੰਦ ਰਾਜੇ ਦਾ ਜ਼ਿਕਰ ਹੈ ਕਿ ਜਦੋਂ ਇਹ ਪੁੰਨ ਕਰਕੇ ਇੰਨੀ ਤਪੱਸਿਆ ਤਿਆਗ ਕਰਕੇ ਇਹਨੇ ਪਰਮਾਤਮਾ ਨੂੰ ਕਿਹਾ ਵੀ ਮੈਂ ਆਪਣੀ ਨਗਰੀ ਸਮੇਤ ਸਵਰਗ ਨੂੰ ਜਾਣਾ ਹੈ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਗੰਧਰਵਾ ਨਗਰੀ ਖਰੀ ਹਰ ਚੰਦੌਰੀ ਇਹ ਬੜੀ ਵਾਰੀ ਬਾਣੀ ਵਿੱਚ ਇਹਦਾ ਜ਼ਿਕਰ ਆਇਆ ਹੈ ਤੇ ਪਰ ਉਹਦੀ ਵਿਆਖਿਆ ਤਾਂ ਹੋਣੀ ਬਹੁਤ ਜ਼ਰੂਰੀ ਹੈ ਨਾ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ। ਹਰੀ ਚੰਦ ਜਿਹੜੇ ਨੇ ਉਹਨਾਂ ਨੇ ਕਿਹਾ ਮੈਂ ਆਪਣੀ ਪ੍ਰਜਾ ਸਮੇਤ ਸਵਰਗ ਨੂੰ ਜਾਣਾ। ਕਹਿੰਦੇ ਨੇ ਇਹਨਾਂ ਦੀ ਪੁੰਨ ਦਾਨ ਇਹਨਾਂ ਦਾ ਤਿਆਗ ਦੇਖ ਕੇ ਅਸੀਸ ਮਿਲ ਗਈ। ਜਦੋਂ ਇਹ ਜਾ ਰਹੇ ਸਨ ਰਸਤੇ ਵਿੱਚ ਨਾਰਦ ਮੁਨੀ ਮਿਲ ਗਿਆ। ਉਹਨੇ ਮਤਲਬ ਜੀ ਇਹਨਾਂ ਨੂੰ ਗੱਲਬਾਤ ਕਰਕੇ ਆਪਣੀ ਸਿਫਤ ਕਰਵਾ ਲਈ। ਫਿਰ ਬੇਨਤੀ ਸੁਣੋ, ਨਾਰਦ ਜੀ ਨੇ ਆਪਣੀ ਸਿਫਤ ਕਰਾ ਲਈ। ਹੁਣ ਕਹਿੰਦੇ ਨੇ ਜੋ ਉਹ ਘਟਨਾ, ਕਿਉਂਕਿ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾਂਗੇ ਸਾਡੀ ਇਹ ਮੁਸ਼ਕਲ ਇਹ ਕਹਵੇ ਕਿ ਅਸੀਂ ਉਸ ਚੀਜ਼ ਨੂੰ ਖੋਲ੍ਹਦੇ ਨਹੀਂ, ਕਿਉਂਕਿ ਅਸੀਂ ਦੇਖਦੇ ਹਾਂ ਕੀ ਕੁਝ ਲੋਕ ਸੁਣਨਾ ਚਾਹੁੰਦੇ ਆ, ਕਿਵੇਂ ਸੁਣ ਕੇ ਸਾਨੂੰ ਵਾਹ 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 ਕਰਨਗੇ। ਆਹ ਗੱਲ ਕੀਤੀ ਕਿਤੇ ਨਾਰਾਜ਼ ਨਾ ਹੋ ਜਾਣ। ਸੱਚੀ ਇਹ ਵੇ ਇਸੇ ਨਾਰਾਜ਼ਗੀ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਹਾਸਲ ਨਹੀਂ ਹੋਇਆ ਪਿਆ। ਹੁਣ ਹਰ ਚੰਦੌਰੀ ਹੈ ਉਹ ਨਾਰਦ ਮੁਨੀ ਜੀ ਨੇ ਸਿਫਤ ਕਰਾ ਲਈ ਆਪਣੀ। ਉਹ ਸਵਰਗ ਤੋਂ ਥੱਲੇ ਸੱਟਿਆ ਗਿਆ। ਕਹਿੰਦੇ ਨੇ ਜਦੋਂ ਥੱਲੇ ਨਗਰੀ ਸਮੇਤ ਡਿੱਗ ਰਹੇ ਨੇ ਉਹਨਾਂ ਨੇ ਆਪਣੇ ਕੀਤੇ ਦਾ ਪਛਤਾਤਾਪ ਕੀਤਾ। ਚਲੋ ਉਹ ਉੱਥੇ ਹੀ ਅਟਕ ਗਏ ਤੇ ਉਹਨੂੰ ਕਹਿੰਦੇ ਨੇ ਗੰਧਰਵਾ ਨਗਰੀ। ਚਲੋ ਗੰਧਰਵਾ ਨਗਰੀ ਵਰਤਿਆ ਜਾਂਦਾ ਹੈ। ਹਰ ਚੰਦੌਰੀ ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਸਾਨੂੰ ਭੁਲੇਖਾ ਪਾਉਂਦੀ ਹੈ ਜਿਵੇਂ ਨਗਰ ਹੈ ਪਰ ਸੱਚ ਉਹ ਨਹੀਂ, ਉਹ ਹਕੀਕਤ ਨਹੀਂ। ਇੱਥੇ ਭਾਈ ਸਾਹਿਬ ਕਹਿੰਦੇ ਨੇ ਜਿਵੇਂ ਖਰੀ ਚੰਦ ਦੀ ਨਗਰੀ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਕਦੀ ਕੋਈ ਰਹਿ ਕੇ ਥੋੜ੍ਹਾ ਹੋਇਆ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ। ਉਹ ਸਥਿਰ ਨਹੀਂ, ਉਹ 'ਚ ਕੋਈ ਰਹਿੰਦਾ ਵੀ ਨਹੀਂ। ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ, ਥਲ ਵਿੱਚ ਤਪਣ ਭੱਠੀਆਂ ਕਿਉਂ ਲਹੇ ਪਿਆਸਾ। ਭੁਲੇਖਾ ਹੈ ਤੇਰਾ, ਸੱਚ ਨਹੀਂ, ਕਿਉਂਕਿ ਆਪਣਾ ਵਿਸ਼ਾ ਸੁਪਨਾ ਔਰ ਪੇਖਣਾ, ਚਿਰ ਸਥਾਈ ਨਹੀਂ। ਥਲ ਵਿੱਚ ਤਪਣ ਭੱਠੀਆਂ। ਹੁਣ ਆ ਮਈ ਜੂਨ ਦੇ ਮਹੀਨੇ 'ਚ ਜਦੋਂ ਆਪਾਂ ਰੇਤਲੇ ਇਲਾਕੇ ਜਾਈਏ ਜਾਂ ਆਪਾਂ ਸੜਕ ਉੱਤੇ ਤੁਰਦੇ ਹੋਈਏ, ਆਪ ਜੀ ਦੇਖੋਗੇ ਕਿੰਨੀ ਦੂਰ ਤੋਂ ਦੁਪਹਿਰੇ ਇੰਜ ਲੱਗਦਾ ਜਿਵੇਂ ਚਮਕਦਾ ਹੋਇਆ ਪਾਣੀ ਸਾਡੇ ਵੱਲ ਆ ਰਿਹਾ। ਉਹਨੂੰ ਗੁਰੂ ਗ੍ਰੰਥ ਸਾਹਿਬ ਨੇ ਮ੍ਰਿਗ ਤ੍ਰਿਸ਼ਨਾ ਕਿਹਾ। ਉਹ ਇੰਜ ਲੱਗਦਾ ਜਿਵੇਂ ਰੇਤ ਤੋਂ ਪਾਣੀ ਦਾ ਇੱਕ ਛੱਲ ਪਾਣੀ ਸਾਡੇ ਵੱਲ ਤੁਰਿਆ ਆ ਰਿਹਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਵੀ ਸੰਸਾਰ ਦੀ ਖੇਡ ਦੀ ਤਰ੍ਹਾਂ ਹੀ। ਇਹ ਪਾਣੀ ਚਮਕਦੀ ਹੋਈ ਰੇਤ ਭਾਸਦਾ ਜ਼ਰੂਰ ਹੈ ਪਰ ਇਹ ਪਾਣੀ ਨਹੀਂ, ਇਹ ਸਿਰਫ ਅੰਦਰੋਂ ਅੱਗ ਨਿਕਲਦੀ ਪਈ ਰੇਤ ਦਿਓ। हर चंदौरी देख के कर दे परवासा, हरी चंद की नगरी का जिक्र है पर हकीकत में नहीं। मारूथल विच चमकदी रेत पानी लगदी है पर हकीकत विच पानी नहीं। हर चंदौरी देख के कर दे परवासा, थल भी तपन भट्ठियां क्यों लह प्यासा। सोहणे राज कमाईए, इत्थे सोहणे दा अर्थ करांगे सुपना। सुपने विच बंदा राजा बन गया ਤੇ ਜਦੋਂ ਬਾਹਰ ਅੱਖਾਂ ਖੋਲ੍ਹਦੀਆਂ ਉਹ ਟੁੱਟੀ ਮੰਜੀ 'ਤੇ ਪਿਆ ਹੁੰਦਾ ਜਿੱਥੇ ਦਿਹਾੜੀ ਕਰਕੇ ਰਾਤ ਨੂੰ ਲੰਮਾ ਪਿਆ। ਸੋਹਣਾ ਰਾਜ ਕਮਾਈਆ ਕਰ ਭੋਗ ਬਿਲਾਸਾ, ਛਾਇਆ ਬਿਰਖ ਨਾ ਰਹੇ ਥਿਰ। ਰੁੱਖ ਦੀ ਛਾਂ ਕਦੀ ਇੱਕ ਥਾਂ ਸਥਿਰ ਰਹੀ ਹੈ ਜੀ? ਆਪ ਜੀ ਦੇਖੋ ਖਿਨ ਖਿਨ ਬਦਲਦੀ ਪਈ। ਛਾਇਆ ਬਿਰਖ ਨਾ ਰਹੇ ਥਿਰ ਪੂਜੈ ਕਿਉਂ ਆਸਾ। ਅੱਗੇ ਫਿਰ ਭਾਈ ਸਾਹਿਬ ਕਹਿੰਦੇ ਆ ਇਹ ਸੰਸਾਰੀ ਬਾਜ਼ੀਗਰ ਦੀ ਖੇਡ ਜੋ ਸਭ ਕੂੜ ਤਮਾਸ਼ਾ। ਇਹ ਬਾਜ਼ੀਗਰ ਦੀ ਖੇਡ ਹੈ, ਇਹ ਇਸ ਹਕੀਕਤ ਨਹੀਂ। ਜੇ ਹਕੀਕਤ ਹੋਵੇ ਸਦਾ ਥਿਰ ਨਾ ਰਹੇ। ਮੈਂ ਇਸ ਕਰਕੇ ਬੇਨਤੀ ਕੀਤੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਗੱਲ ਸਮਝਾਉਂਦੇ ਪਏ ਆ ਕਿ ਇਹ ਸੁਪਨਾ ਹੈ, ਇਹ ਬਾਜ਼ੀਗਰ ਦੀ ਖੇਡ ਹੈ, ਇਹ ਸਥਿਰ ਨਹੀਂ। ਤੇ ਕੱਲਾ ਮੈਨੂੰ ਨਹੀਂ ਕਿਹਾ, ਤੁਹਾਨੂੰ ਨਹੀਂ ਕਿਹਾ, ਐਸੇ ਜਗ ਕੋ ਜਾਣ ਕੇ। ਤੇ ਜਗ ਦਾ ਅਰਥ ਕੇਵਲ ਇਹ ਪਲੈਨਟ ਨਹੀਂ।
फिर बेनती सुनियो, जो सुपना और पेखना ऐसे जग को जान। जग का अर्थ असी चलो वर्ल्ड कह दें, वर्ल्ड वाइड सारा संसार, असी निक्के जिहे धरती के टुकड़े नूं कही जाने वर्ल्ड। वो नहीं प्यारिओ, ठीक है शब्द वरत लईए मन नूं समझाउण लई। उंज सूझवान कहिंदे आ कि जिस धरती ते असी दमगजे मारने पे ना, रब दी रची होई रचना विच, परमात्मा दी रची होई सारे खंडां ब्रह्मंडां विच साडी इस धरती दी इन्नी को हस्ती है जिवें समुंदर दे बीच जां समुंदर दे किनारे पए होए रेत दे एक निक्के जे किणके दी हस्ती है। आपां उहदी रचना दी मैं गल कर रहा, उहदी रचना सामने साडी इन्नी हस्ती है ते पता नहीं क्यों एवें अंदर फुलिया बैठा। महाराज सच्चे पातशाह कहंदे आ कि सुपना और पेखना ये स्थिर नहीं, इन्हें सदीव काल नहीं रहना, ये थोड़ चिरी खेड है। इसे करके गुरु ग्रंथ साहब ने ये संबंधी विच सानू समझाया, जग जीवन ऐसा सुपने जैसा, जग जीवन ऐसा सुपने जैसा, जीवन सुपन समानक। जिन्हों मना तू कह रहे हैं ये जिंदगी सुपने की तरह है, ये थोड़ चिरी है। फिर मैं बेनती करा इनू समझण लई उदाहरण कई बारी देना। गुरु सिर्फ साडे सुपने नू तोड़दा है। मिथ्या भरम अर सुपन मनोरथ सत पदार्थ जानिया, भगत नामदेव जी। मिथ्या जिहड़ा झूठ सी, भरम दा अर्थ जिन्हें भुलेखा पाया, महाराज कहंदे नू सत मैं समझ लिया। मिथ्या भरम अर सुपन मनोरथ सत पदार्थ जानिया, सुकृत मनसा गुरु उपदेशी जागत ही मन मानिया। सुपने नू सच समझिया, गुरु ने अपने शब्द नाल सुपने नू तोड़ दिता। महाराज ने कहा नहीं ये सच नहीं, सुपने सेती चित मूर्ख लाया। मूर्खताई है जिहदे विच तू चित ला के बैठा है। गुरु सुपने नू तोड़ के हकीकत नाल जोड़ दे। मैं जदों ये पढ़ रहा सा, पेखना हुण बाजीगर है, मदारी वाला खेड पांदा है। बस आ गल थोड़ी समझण वाली है कि सुपना चेतना ला, बाजीगर दी खेड नू वेख जरूर, पर चित अपना बाजीगर ना ला के रखी। बाग भगत जी ने क्या कह रविदास, बाजी जग पाई बाजीगर सो मोए प्रीत बनाई। इस नुकते नू सुनियो, खेड बाजीगर ने राज दिती। मदारी वाला आया, पहला आउंदे हुंदे सन, बेचारा बंसरी बजाया, डमरू बजाया, लोग इकट्ठे हो गए। फिर वो विखांदा सी अपनी कला, कदी कपड़े कढ़दा, कदी वो बर्तन कढ़दा सी, कई बारी रेडियो कढ़ के गाने भी ला दिंदा सी, कई बारी नियाणियां दे कन्नां चों पैसे वो डब्बे 'च छणकदे हुंदे सन। जदों घंटा खेड कर लैंदा सी ना, फिर कहंदा सी कि खेड वालिओ, वेखण वालिओ, कोई टका, कोई चवानी ठियानी रुपया मैनू दे के जाओ। तो जे अगला पुछ लै भी तू तो नियाणियां दे कन्नां विचों भी सिक्के कढ़दा पिया सैं, वो हस के कहंदा सी तुहानूं भुलेखा पाया है, जो कोई दिखाया वो हकीकत नहीं। पर याद रखियो, जो दिखाया वो हकीकत नहीं, पर खेड पाण वाला तो हकीकत है ना। बाजीगर खेड वेले भी है, खेड निबड़न तो बाद भी है। थोड़ा जा समझण लई, खेड सदा चिर नहीं, पर खेड पाण वाला सदीवी है। जिवें सतगुरु ने कहा, मैं हुणे शब्द पढ़िया कि कह रविदास बाजी जग पाई बाजीगर स्यों मोए प्रीत बनाई। कहन लगे बाजी उन्हें पाई, पर मेरा संबंध ज़्यादा बाजी नाल नहीं, मैं उस बाजीगर नाल रिश्ता बनाता जिहड़ा खेड तो पहला भी सी ते खेड तो बाद भी। इसे करके गुरु गोबिंद सिंह जी ने कहा, मैं हूँ परम पुरख को दासा, देखण आयो जगत तमाशा। मैं तो तमाशे की खेड देखण वास्ते आया, पर मेरा संबंध उस बाजीगर नाल है। इसे गुरु साहब ने क्या, बाजीगर जैसे बाजी पाई, नाना रूप भेक दिखलाई, सांग उतार थम्यो पासारा। उन्हें खेड रची, जदों सब कुछ समेट दिता, सांग उतार थम्यो पासारा, तब एको एकंकारा, सिर्फ एक है। मैं बेनती करा, जदों समझ पै जाए सुपना टुटे, उदों रब की बख्शिश है। हकीकत तो बंदा जाणू हुंदा है। चलो मैं उन्हां महान विद्वान जिहदा जिक्र मस्कीन साहिब का मैं अक्सर जिक्र करना हुन्ना, क्योंकि
बड़ी वड्डी देन सी उन्हां दी सिख पंथ नूं। ते इस दुनिया विच कदी सारे लोग किसी नाल सहमत नहीं होए। रब सब नूं रिजक दिंदा, सारे रब नाल किहड़े हाँ चाह मिला के राजी ने, कई तो मनदे ही नहीं उन्होंने। वो जो शुरुआत कथा की, उन्होंने लैक्चर छपे, उन्होंने एक बड़ी सोहनी घटना दी सी सुपने उत्ते। वो बोले सन जोर ना जीवन मरण है जोर। उन्होंने जिक्र किया सी कि उजैन का राजा नाम नहीं दिता। मैं अज इनू इस करके कोट कर रहा क्योंकि इस दे अर्थ कर लई कि जदों गुरु हकीकत तो जाणू करांदा है, ये भी सच जे जदों सुपना टुटदा है बंदा दुखी भी बड़ा हुंदा है। चाहे जागन रात का टुटे ते भावें संसार का टुटे। कहते राजा सी, ਉਹਦਾ ਇੱਕੋ ਇੱਕ बेटा ते बड़ा लायक बच्चा, वो बीमार हो गया। दवा दारू हकीमां वैदां ने बड़ा यतन किया, जिन्नी वो दवाई करन त्यों त्यों वो बच्चा जिहड़ा है उहनूं कोई आराम ना आवे, उहदी मर्ज वधी गई। फिर बहुत ज़्यादा जदों अखीरले दिनां ते आ गया, समझ लो उस वक्त राजा भी उदास, वो रोवे बहुत, राणी भी रोवे, इक्को एक बच्चा सी। कहंदे ने राजा रो रहा सी, बच्चे दी मंजी कोल बैठा, रोंदिया रोंदिया उन्होंने नींद आ गई, बड़ी गूढ़ी नींद आई। वो नींद भी सौ गया। वाहिगुरू नींद विच उन्होंने सुपना आया। जदों गहरी नींद भी सुता होया सुपना चलिया ते सुपने विच उहदा जन्म, वो राजा है, उहदे 6 पुत्तर ने, उहदियां राणियां ने, वो अपने पुत्रां दे अगे नूहां, अगे पोते पोतियां, उन्हां विच बैठा है। वो सुपने विच उस परिवार विच सुख मान रहा है। वो सुता सी, बच्चे दी मंजी नाल उन्हें अपना सिर रखिया, इस तरह पिया है। अचनचेत उच्ची सारी राणी ने ढाह मारी, रोण की आवाज़ आई। राजे दियां अखां खुलियां, उन्हें अपने बच्चे वाल देखिया, राणी वाल देखिया। राणी रो रही सी, कुरला रही सी, कह रही सी बच्चे की मौत हो गई। राजा हसन लग पिया, बड़ा हसिया, राणी वाल देख के हसिया, बच्चे वाल देख के हसिया। राणी ने समझिया, वो डर गई भी ये मैंटली तौर पर दिमागी तौर पर सट वज गई, किते ये हस रहा है, दिमागी संतुलता नहीं गवाच गया। उन्हें बाह पकड़ के क्या पति देव पुत्र की मौत हो गई। वो फिर हस पिया। उन्हें क्या हसदे क्यों, तुसी ठीक हो? कहन लगे असल च अज सुपना टुटा, हकीकत का पता लगा, हसिया तां। पुछदी जी क्यों? कहंदा अज जदों मैं सुता सां, गहरी नींद विच मैनूं सुपना आया, मेरे 6 पुत्र ने, मेरे पोते ने, मेरियां राणियां ने, मेरा राज भाग है, मैं उन्हां च बैठा आनंद मान रहा सां। तू उच्ची सारी रोन करके तेरी चीख सुनी, मेरियां अखां खुलियां, हसिया मैं इस करके मैं परमात्मा, मैं उन्हां 6 नूं रोवां कि इस एक नूं रोवां? कहंदा हसिया इस हकीकत तो हाँ, वो सुत्तियां दा सुपना सी, ये एक मेरा पुत्र जागदियां दा सुपना है, पर खैण दोनों सुपने ही, वो भी थिर नहीं ते ये भी थिर नहीं। मैं एक बेनती करा, एक सिर्फ घटना लई मन नूं समझाउण लई, जो कोई लंघ चुका सुपना है। इस करके गुरु जी ने अज कहा, ज्यों सुपना अर पेखना, जिमें जा रात दा सुत्तियां सुपना ते जिमें बाजीगर दी खेड है, ऐसे जग को जान। इस जगत नूं, इस संसार नूं इस तरह जान, इनमें कच साचो नहीं, सुपना भी सच नहीं और खेड भी सच नहीं। खेड भी मिथ ते सुपना भी मिथ। पर मैं आपनों एक बेनती की, गुरु तेग बहादुर साहब जी इस बरीकी नूं समझियो, इनमें कच साचो नहीं। पर यह नहीं कहा भी उदासीनता पैदा कर दी, फिर की करिए? महाराज कहते नानक बिन भगवान, एक परमात्मा तो बिना, एक परमेश्वर तो बिना, एक रब तो बिना कुछ भी थिर नहीं, बाकी सब अस्थिरता है। तो सब तो वड्डी गल है, गुरु तेग बहादुर साहब कहते साधो
रचना राम बनाई, एक बिन सै एक अस्त्र मन अचरज लखियो ना जाई। एक दी अर्थी लैके जाते आ ਤੇ ਦੂਜਾ ਸ਼ਮਸ਼ਾਨ ਘਾਟ ਤੋਂ ਬਾਅਦ ਪੁੱਛੀ ਜਾਂਦਾ ਅੱਜ ਕੱਲ੍ਹ ਬਿਜ਼ਨਸ ਕਿਸ ਤਰ੍ਹਾਂ ਹੈ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਆ ਵੇਖੋ ਰੱਬ ਦੀ ਅਚਰਜ ਖੇਡ, ਇੱਕ ਸੜਦਾ ਪਿਆ ਦੂਜਾ ਰਹਿਣ ਦੀਆਂ ਗੱਲਾਂ ਕਰ ਰਿਹਾ। ਸਾਧੂ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਤਰ ਮਨ ਅਚਰਜ ਲਖਿਓ ਨਾ ਜਾਈ। ਸਥਿਰ ਕੀ ਹੈ। ਜਿਸ ਦਿਨ ਆਪਾਂ ਸਤਿਗੁਰੂ ਸਭ ਦਾ ਭਲਾ ਕਰਨ ਸੁਖ ਵਰਤਾਏ, ਜਿਸ ਦਿਨ ਇੱਥੇ ਪਹੁੰਚਾਂਗੇ, ਨਾਮ ਰਹਿਓ ਸਾਧੂ ਰਹਿਓ रहो गुरु गोबिंद, ये स्थिर है। नाम रहेगा, गुरु रहेगा, परमात्मा है, परमात्मा का नाम जपण वाला थिर है। नाम रहो साधु रहो, रहो गुरु गोबिंद, कहो नानक ये जगत में किन जपियो गुरमंत। गुरु साहब के थोड़े दर्शन असीं करिए। सुपना रूप ते स्थिर। महाराज का एक वचन है गुरु नानक साहब जी का, ना देव दान वा नरा, ना सिद्ध साध गा धरा। फिर सुनियो, ना देव दान वा नरा, ना सिद्ध साध का धरा। अस्त एक दिगर कोई, एक तुई एक तुई। देवते नहीं रहणगे, दैंत भी नहीं रहणगे। महाराज कहते चला जाना सब ने। ना देव दान वा नरा, ना इंसान थिर है, ना सिद्ध सात का धरा, ना साधना करने वाले, ना साधना करके पहुंचे हुए। ना देव दान वा नरा, ना सिद्ध साध का धरा। अस्त एक दिगर कोई, एक ही स्थिर है, बाकी कोई नहीं। इनमें कह साचो नहीं, नानक बिन भगवान। अस्त एक दिगर कोई, एक तू ही सिर्फ तू ही स्थिर है। इसे करके गुरु जी ने कहा, ना सूर सस मंडलो, आ सूरज नहीं रहेगा, चंद्रमा नहीं रहेगा, जिन्हें आ ब्रह्मांड खंड ने, जिन्हें ये सौर परिवार ने, किसे नहीं रहना। ना सूर सस मंडलो, ना सपत दीप न जलो। जिन्हें जजीरे ने, जिन्हें टापू ने, जिन्ना पानी है, कुछ भी नहीं रहना। महाराज कहते सूर सस मंडलो, ना सपत दीप न जलो। अन्न पानी थिर ना कोई नहीं रहेगा। एक तू ही परमात्मा, सिर्फ एक तू रहेगा। तेरी सदीवता है। ना दादे देहांद आदमी, ना सपत जेर चिमी। मालका ना जज रहणगे, ना मुजरम रहणगे, कुछ भी नहीं। इसे करके गुरु जी ने बाणी विच कहा कि मुकाम तिस नूं आखीए स्थिर होवे, जिन्हें कदी खत्म नहीं होना। मुकाम तिस नूं आखीए जिस सिस ना होवी लेख। आसमान धरती चलसी, मुकाम उही एक। दिन रब चलै है, दिने जिहड़ा सूरज ये भी जा रहा है, इन्हें बिनसना है। चंद्रमा रात जिहड़ा आउंदा वो भी जा रहा है। दिन रब चलै, निस सस चलै, तार का लख पलोए। लखां तारे जिहड़े दिसदे ने भी जाणगे। तार का लख पलोए, मुकाम उही एक है। नानका सच बगोए, सदैव रहन वाला केवल एक परमेश्वर है। सतगुरां ने इत्थे बख्शिश कीती, ज्यों सुपना अर पेखना। जिवें सुपना रात दा ते जिवें बाजीगर दी खेड। एक है ऐसे जग को जान। इस तरह तू जगत नू समझ, इस तरह तू संसार नू समझ। इनमें कच साचो नहीं, ना सुपना ना तमाशा। इस स्थिर ने कुछ भी सच्चा नहीं। ते महाराज कहते नानक बिन भगवान, एक परमेश्वर है जिहड़ा सुपने पैदा करता है। सुपना सच नहीं, पर देखण वाला साखी रूप है। तमाशा सच नहीं, तमाशे रचन वाला सच है। सतगुरु कहते इनमें का साचो नहीं। नानक बिन भगवान, एक भगवान तो बिना, एक परमेश्वर तो बिना कुछ भी स्थिर नहीं। सतगुरु कृपा करे। इन्नियां को बेनतियां आप जी स्वीकार करियो। आप जी का बहुत बहुत धन्यवाद। आप घरां च बैठ के बहुत प्यार नाल सुन रहे हो। तो मैं बेनती करांगा, यतन करो। जिहड़े दारू सिक्का सकदे पींदे भी ने ना, वो भी ऐसता ऐसता हुण पिछा नूं मोड़ आओ। इन्ने दिन जे निकल गए ने, तेनों सदा ही जिंदगी का अपना हिस्सा बना ली भी अज तो बाद छड्ड दिता।
दूजी गल इन्नी क तैयारी करो कि जिदन लॉकडाउन खुलना है ना, सच्चे पातशाह तू मेहर करी, मैं केसगढ़ जाके, मैं अकाल तख्त साहिब जाके जिथे अमृत संचार किते होवेगा, मैं अमृत की दात लैके तेरा सिख बनागा, तेरा खालसा बनागा, तेरा सिंह बनागा। प्यारिओ इन्हें ते हाथ नहीं आना, तो उन्होंने क्यों छड्डीए जिन्हें कदी साथ नहीं छड्डना। जिहड़ा एक बारी बांह पकड़ ले, मैं एक बार कहा सी थोड़ा जिहा इस बेनती नूं, असीं कहने गुरु जी साडी उंगल पकड़ लो, ए वाहिगुरू जी गुरु की उंगल मैं पकड़ी, इस तरह कहने। मैं कई बार सोचना ठीक है गुरु की उंगल पकड़, पर चेते रहती है इत्थे पकड़ तेरी है। गुरु ने सिर्फ उंगल दी पढ़ाई तो पकड़ ली, जे धक्का वजिया ना, कई बारी पकड़ ढिली पै जाती है बच्चे की, तो उंगल छुट जाती है भीड़ च। तो ये क्यों ना कह दिए कि सतगुरु उंगल पकड़ाण की थां तुसीं साडी बांह पकड़ लो, क्योंकि जदों पकड़ वाले ने हत्थ का गुट पकड़िया होवे ना, बजुर्ग ने बच्चे का गुट घुट के पकड़िया होवे, ते भीड़ का धक्का भी कुछ नहीं कहता। जदों गुरु अपने सिख की बांह घुट के पकड़ लै, तो इस भव सागर का धक्का भी कुछ नहीं कहता। तां ही गुरु ने कहा अगन सागर बूढ़त संसारा, नानक बांह पकड़ सतगुर निस्तारा। इन्नियां कोई बेनतियां स्वीकार करनियां, खोइयां भुल्लां बख्श देनियां। आओ अरदास करिए।